ਸਾਮਦੀ ਨੂਰ ਅਰਸੋਂ ਕੁਰਸੋਂ ਚੱਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਪਹਿਲਾ। ਕੁਲਹਾਂ ਦੇਂਦੇ ਬਾਵਲੇ, ਲੈਂਦੇ ਵੱਡੇ ਨਿਲੱਜ। ਚੂਹਾ ਖੱਡ ਨਾ ਮਾਵਈ, ਤਿੱਕਲ ਬੰਨੈ ਛੱਜ। ਕੁਲਹਾਂ ਦੇਂਦੇ ਬਾਵਲੇ, ਲੈਂਦੇ ਵੱਡੇ ਨਿਲੱਜ। ਚੂਹਾ ਖੱਡ ਨਾ ਮਾਵਈ, ਤਿੱਕਲ ਬੰਨੈ ਛੱਜ। ਦੇਨ ਦੁਆਈ ਸੇ ਮਰਹਿ, ਜਿਨ ਕੋ ਦੇਨ ਸੇ ਜਾਹੇ। ਨਾਨਕ ਹੁਕਮ ਨਾ ਜਾਪਈ, ਕਿੱਥੈ ਜਾਏ ਸਮਾਹੇ। ਫਸਲ ਅਹਾੜੀ ਏਕ ਨਾਮ, ਸਾਵਣੀ ਸਚ ਨਾਉ। ਮੈਂ ਮਹਿਦੂਦ ਲਿਖਾਇਆ, ਖਸਮੈ ਕੈ ਦਰ ਜਾਏ। ਦੁਨੀਆ ਕੇ ਦਰ ਕੇਤੜੇ, ਕੇਤੇ ਆਵਹਿ ਜਾਹੇ। ਕੇਤੇ ਮੰਗਹਿ ਮੰਗਤੇ, ਕੇਤੇ ਮੰਗ ਮੰਗ ਜਾਹੇ। ਮਹੱਲਾ ਪਹਿਲਾ। 100 ਮਣ ਹਸਤੀ ਘਿਓ ਗੁੜ ਖਾਵੈ, 500 ਦਾਣਾ ਖਾਏ। ਡੱਕੈ ਫੂਕੈ ਖੇਹ ਉਡਾਵੈ, ਸਾਹੇ ਗਿਆ ਪਛੁਤਾਏ। ਅੰਧੀ ਫੂਕ ਮੋਈ ਦੇਵਾਨੀ, ਖਸਮ ਮਿਟੀ ਫਿਰ ਭਾਨੀ। ਅੱਧ ਗੁੱਲਾ ਚਿੜੀ ਕਾ ਚੁਗਣ, ਗੈਣ ਚੜੀ ਬਿਲ ਲਾਏ। ਖਸਮੈ ਭਾਵੈ ਓਹਾ ਚੰਗੀ, ਜੇ ਕਰੇ ਖੁਦਾਏ ਖੁਦਾਏ। ਸਕਤਾ ਸੀਹੋ ਮਾਰੇ ਸਹਿ ਮਿਰਿਆ, ਸਭ ਪਿੱਛੇ ਪੈ ਖਾਏ। ਹੋਏ ਸਤਾਣਾ ਘੁਰੈ ਨਾ ਮਾਵੈ, ਸਾਹੇ ਗਿਆ ਪਛੁਤਾਏ। ਅੰਧਾ ਕਿਸਨੋਂ ਬੁੱਕ ਸੁਣਾਵੈ, ਖਸਮੈ ਮੂਲ ਨਾ ਭਾਵੈ। ਅੱਕ ਸਿਉ ਪ੍ਰੀਤ ਕਰੇ ਅੱਕ ਤਿੱਡਾ, ਅੱਕ ਡਾਲੀ ਵਹਿ ਖਾਏ। ਖਸਮੈ ਭਾਵੈ ਓਹੋ ਚੰਗਾ, ਜੇ ਕਰੇ ਖੁਦਾਏ ਖੁਦਾਏ। ਨਾਨਕ ਦੁਨੀਆ ਚਾਰ ਦਿਹਾੜੇ, ਸੁਖ ਕੀਤਾ ਦੁਖ ਹੋਈ। ਗੱਲਾਂ ਵਾਲੇ ਹੈਨ ਕਨੇਰੇ, ਛੱਡ ਨਾ ਸਕੈ ਕੋਈ। ਮੱਖੀ ਮਿੱਠੈ ਮਰਨਾ, ਜਿਨ ਤੂੰ ਰਖੈ ਤਿਨ ਨੇੜ ਨ ਆਵੈ। ਤਿਨ ਭਉ ਸਾਗਰ ਤਰਨਾ ਪੌੜੀ। ਆਗਮ ਅਗੋਚਰ ਤੂੰ ਧਣੀ, ਸੱਚਾ ਅਲਖ ਅਪਾਰ। ਤੂੰ ਦਾਤਾ ਸਭ ਮੰਗਤੇ, ਇੱਕੋ ਦੇਵਨਹਾਰ। ਜਿਨੀ ਸੇਵਿਆ ਤਿਨੀ ਸੁਖ ਪਾਇਆ, ਗੁਰਮਤੀ ਵਿਚਾਰ। ਇਕ ਨਾ ਨੋ ਤੁਧ ਏਵੈ ਭਾਵਦਾ, ਮਾਇਆ ਨਾਲ ਪਿਆਰ। ਗੁਰ ਕੈ ਸ਼ਬਦ ਸਲਾਹੀਐ, ਅੰਤਰ ਪ੍ਰੇਮ ਪਿਆਰ। ਵਿਣ ਪ੍ਰੀਤੀ ਭਗਤ ਨਾ ਹੋਵਈ, ਵਿਣ ਸਤਿਗੁਰ ਨਾ ਲੱਗੈ ਪਿਆਰ। ਤੂੰ ਪ੍ਰਭ ਸਭ ਤੁਧ ਸੇਵਦੇ, ਇਕ ਢਾਡੀ ਕਰੇ ਪੁਕਾਰ। ਦੇਹ ਦਾਨ ਸੰਤੋਖੀਆ, ਸੱਚਾ ਨਾਮ ਮਿਲੈ ਆਧਾਰ। ਤੂੰ ਪ੍ਰਭ ਸਭ ਤੁਧ ਸੇਵਦੇ,
ਇੱਕ ਢਾਡੀ ਕਰੇ ਪੁਕਾਰ, ਦੇਹ ਦਾਨ ਸੰਤੋਖੀਆ, ਸੱਚਾ ਨਾਮ ਮਿਲਾਇ ਆਧਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਰੂਪ, ਗੁਰੂ ਪਿਆਰੀ, ਗੁਰੂ ਸਵਾਰੀ ਸਤਿਗੁਰੂ ਜੀ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ, ਆਪ ਜੀ ਬੜੇ ਹੀ ਪ੍ਰੇਮ ਸ਼ਰਧਾ ਭਾਵਨਾ ਦੇ ਨਾਲ ਦੀਨ ਦੁਨੀਆ ਦੇ ਮਾਲਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਉਹਨਾਂ ਦੇ ਪਾਵਨ ਮਹਾਨ ਅਸਥਾਨ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਆਪਣੀਆਂ ਹਾਜ਼ਰੀਆਂ ਲਵਾ ਰਹੇ ਹੋ। ਬੜੇ ਹੀ ਪ੍ਰੇਮ ਦੇ ਨਾਲ ਆਪ ਜੀ ਨੇ ਉਸ ਪਾਵਨ ਸ਼ਬਦ ਨੂੰ ਪਾਠ ਰੂਪ ਵਿੱਚ ਸੁਣਿਆ ਹੈ, ਜਿਸ ਸ਼ਬਦ ਦੀ ਵਿਚਾਰ ਅੱਜ ਅਸੀਂ ਸੁਣਨੀ ਹੈ ਗੁਰੂ ਸਾਹਿਬਾਨਾਂ ਦੇ ਪਾਸੋਂ, ਜਿਸ ਸ਼ਬਦ ਦੀ ਕਥਾ ਰੂਪ ਦੇ ਵਿੱਚ ਅਸੀਂ ਗੁਰੂ ਸਾਹਿਬ ਦੇ ਕੋਲੋਂ ਲਾਹਾ ਲੈਣਾ ਹੈ, ਸਰਵਣ ਕਰਨਾ ਹੈ, ਵਿਚਾਰ ਸੁਣਨੀ ਹੈ। ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ 1286 ਅੰਗ ਤੋਂ ਆਰੰਭ ਹੁੰਦਾ ਹੈ ਅਤੇ 1287 ਅੰਗ ਉੱਤੇ ਇਹ ਪਾਵਨ ਸ਼ਬਦ ਸੰਪੂਰਨ ਹੁੰਦਾ ਹੈ। ਮਲਾਰ ਕੀ ਵਾਰ ਦੀ 19ਵੀਂ ਪੌੜੀ ਅਤੇ ਉਸ ਦੇ ਨਾਲ 2 ਸ਼ਲੋਕ ਅੱਜ ਦੀ ਵਿਚਾਰ ਵਿੱਚ ਆਏ ਹਨ। ਜਿਸ ਵਕਤ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੁਨੀਆ ਦੇ ਤਾਰਨਹਾਰ ਪਾਤਸ਼ਾਹ ਉਦਾਸੀਆਂ ਕਰ ਲੈਣ ਤੋਂ ਬਾਅਦ ਕਰਤਾਰਪੁਰ ਨਗਰ ਵਿੱਚ ਵਿਰਾਜਦੇ ਹਨ। ਜ਼ਿੰਦਗੀ ਦਾ ਪਿਛਲਾ ਸਮਾਂ ਗੁਰੂ ਜੀ ਨੇ ਉੱਥੇ ਬਿਤਾਇਆ। 7 ਸਾਲ ਲੰਗਰ ਪਾਣੀ ਚੱਲਦਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖੁਦ ਖੇਤੀ ਕੀਤੀ, ਕਿਰਸਾਣੀ ਕੀਤੀ, ਆਪਣੇ ਹੱਥੀਂ ਹਲ ਵਾਹਿਆ, ਆਪਣੇ ਸਿੱਖਾਂ ਨੂੰ ਧਰਮ ਦੀ ਕਿਰਤ ਕਰਨ ਦਾ ਜਿੱਥੇ ਉਪਦੇਸ਼ ਦਿੱਤਾ, ਉੱਥੇ ਉਹਨਾਂ ਨੂੰ ਕਿਰਤ ਕਰਨੀ ਸਿਖਾਲੀ ਵੀ ਹੈ। ਜਿਸ ਵਕਤ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਰਤਾਰਪੁਰ ਸਾਹਿਬ ਵਿਖੇ ਆ ਕੇ ਟਿਕਦੇ ਹਨ, ਦੁਨੀਆ ਦੇ ਵਿੱਚ ਵਿਚਰ ਕੇ ਆਏ ਹਨ। ਕੁੱਲ ਦੁਨੀਆ ਦੇ ਵਿੱਚ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਖਿਆਤੀ ਹੈ, ਪ੍ਰਗਟ ਹਨ ਅਤੇ ਬਹੁਤ ਦੂਰ ਦੁਰਾਡੇ ਤੋਂ ਗੁਰੂ ਨਾਨਕ ਦੇਵ ਮਹਾਰਾਜ ਦੇ ਦਰਸ਼ਨ ਕਰਨ ਦੇ ਲਈ ਬਹੁਤ ਸਾਰੇ ਮਤਾਂਤਰਾਂ ਦੇ ਯੋਗੀ, ਸੰਨਿਆਸੀ, ਬੈਰਾਗੀ ਇਤਿਆਦਿਕ ਸਾਧੂ ਸੰਤ ਮਹਾਤਮਾ ਦਰਸ਼ਨ ਕਰਨ ਆਇਆ ਕਰਦੇ। ਵਿਚਾਰ ਵਟਾਂਦਰਾ ਹੁੰਦਾ, ਕਈ ਦਿਨ ਗੋਸ਼ਟੀ ਚੱਲਦੀ, ਵਿਚਾਰਾਂ ਚੱਲਦੀਆਂ। ਇੱਕ ਵਾਰ ਗੁਰੂ ਨਾਨਕ ਦੇਵ ਜੀ ਦੇ ਕੋਲ ਮਹਾਤਮਾ ਆਏ। ਉਹਨਾਂ ਨੇ ਆ ਕੇ ਗੁਰੂ ਜੀ ਨੂੰ ਪੁੱਛਿਆ ਕਿ ਮਹਾਰਾਜ ਜੀ, ਜੋ ਇਹ ਸਾਧੂ ਮਹਾਤਮਾ ਜਾਂ ਜਿੰਨੀਆਂ ਇਹਨਾਂ ਦੀਆਂ ਅੱਗੇ ਪਰੰਪਰਾਵਾਂ ਚੱਲਦੀਆਂ ਹਨ, ਇਹਨਾਂ ਦੇ ਵਿੱਚ ਇੱਕ ਪਰੰਪਰਾ ਹੈ ਕਿ ਜਦੋਂ ਇੱਕ ਸਾਧੂ ਚੜ੍ਹਾਈ ਕਰਦਾ ਹੈ, ਉਹ ਦੂਜੇ ਨੂੰ ਫਿਰ ਟੋਪੀ ਦੇ ਕੇ ਜਾਂਦਾ ਹੈ, ਉਹਨੂੰ ਕੁਲਹਾ ਕਹਿ ਦਿੰਦੇ ਆ। ਜਿਵੇਂ ਇੱਕ ਬਾਦਸ਼ਾਹ ਮਰਦਾ ਹੈ, ਉਹ ਤਾਜ ਦੇ ਕੇ ਜਾਂਦਾ ਹੈ, ਦੂਜੇ ਨੂੰ ਤਾਜ ਦੇਈਦਾ। ਪਰ ਜਦੋਂ ਇੱਕ ਮਹਾਤਮਾ ਚੜ੍ਹਾਈ ਕਰਦਾ ਹੈ, ਫਿਰ ਉਹਦੇ ਡੇਰੇ ਦੀ ਉਹਨੂੰ ਟੋਪੀ ਦੇ ਦਿੰਦੇ, ਫਿਰ ਉਹਦਾ ਵਾਰਸ ਬਣ ਜਾਂਦਾ। ਕਿ ਇੱਦਾਂ ਕਰਨ ਦੇ ਨਾਲ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹਦੇ ਸੰਬੰਧ ਵਿੱਚ ਫਿਰ ਇੱਥੇ ਇਹ ਸ਼ਬਦ ਉਚਾਰਨ ਕੀਤਾ। ਗੁਰੂ ਜੀ ਨੇ ਆਖਿਆ, ਕੋਈ ਜ਼ਿੰਮੇਵਾਰੀ ਦੇਣੀ ਕਿਸੇ ਸਥਾਨ ਦੀ, ਉਹ ਇੱਕ ਵੱਖਰੀ ਗੱਲ ਹੈ, ਪਰ ਅਧਿਆਤਮਵਾਦ ਹੈ ਜਿਹੜਾ
ਉਹ ਤੇ ਸੇਵਾ ਸਿਮਰਨ ਬਿਨਾਂ ਪ੍ਰਾਪਤ ਨਹੀਂ ਹੁੰਦਾ। ਉਹ ਤੇ ਪ੍ਰਮਾਤਮਾ ਦੇ ਹੁਕਮ ਵਿੱਚ ਜਦੋਂ ਬੰਦਾ ਰਹਿੰਦਾ ਫਿਰ ਜਾ ਕੇ ਉਹ ਜਿਹੜੀ ਦਸਤਾਰ ਮਿਲਦੀ ਹੈ ਉਹ ਤੇ ਪ੍ਰਮਾਤਮਾ ਦੇ ਦਰੋਂ ਮਿਲਦੀ ਹੈ। ਉਹ ਕਿਸੇ ਦੂਜੇ ਦੇ ਦਿੱਤਿਆਂ ਉਹ ਬਖਸ਼ਿਸ਼ ਨਹੀਂ ਹੈ। ਅਤੇ ਬਾਕੀ ਰਹੀ ਗੱਲ ਕੋਈ ਬਖਸ਼ਿਆ ਹੋਵੇ, ਕੋਈ ਮਹਾਂਪੁਰਸ਼ ਹੋਵੇ, ਕੋਈ ਬ੍ਰਹਮ ਗਿਆਨੀ ਤੱਤਵੇਤਾ ਪੂਰਨ ਗੁਰੂ ਹੋਵੇ, ਉਹ ਸਿਰ 'ਤੇ ਹੱਥ ਰੱਖ ਦੇਵੇ ਅਤੇ ਉਹ ਕਿਰਪਾ ਕਰੇ ਅਤੇ ਕੀੜਾ ਥਾਪ ਦੇ, ਪਾਤਸ਼ਾਹੀ ਕੁਛ ਵੀ ਕਰਾ ਸਕਦਾ। ਪਰ ਆਮ ਤੌਰ 'ਤੇ ਹੈ ਸੰਤ ਮਹੰਤ ਜਨੋਂ ਆਪਣੇ ਪੱਲੇ ਕੁਛ ਨਹੀਂ ਹੁੰਦਾ, ਆਪ ਖਾਲੀ ਹੋਈਦਾ ਅਤੇ ਆਪਣੀ ਜਗ੍ਹਾ ਇੱਕ ਦੂਜੇ ਨੂੰ ਹੋਰ ਨੂੰ ਬਿਠਾ ਦੇਈਦਾ। ਉਹ ਵੀ ਵਿਚਾਰਾ ਉੱਦਾਂ ਦਾ ਹੀ ਹੁੰਦਾ, ਉਹ ਵੀ ਖਾਲੀ ਹੋ ਰਹਿੰਦਾ। ਖਾਲੀ ਬੰਦਾ ਖਾਲੀ ਨੂੰ ਬਿਠਾ ਦਿੰਦਾ, ਕੇਵਲ ਬਾਹਰੀ ਦਿਖਾਵਾ ਹੁੰਦਾ। ਬਾਹਰੀ ਵੱਡੀ ਜੀ ਟੋਪੀ ਸਿਰ 'ਤੇ ਰੱਖ ਦਿੰਦੇ ਆ ਅਤੇ ਕਹਿੰਦੇ ਲਓ ਜੀ ਇਹ ਗੁਰੂ ਪੀਰ ਬਣ ਗਿਆ, ਸੰਤ ਮਹਾਤਮਾ ਬਣ ਗਿਆ। ਮਹਾਰਾਜ ਕਹਿੰਦੇ ਇਹ ਗੱਲ ਵਾਜਬ ਨਹੀਂ ਹੈ। ਇਹ ਮਾਰਗ ਦੇ ਵਿੱਚ ਸੇਵਾ ਸਿਮਰਨ ਕਮਾਈ ਬੜੀ ਲਾਜ਼ਮੀ ਹੈ। ਇਉਂ ਗੁਰੂ ਨਾਨਕ ਦੇਵ ਜੀ ਨੇ ਫਿਰ ਇਹ ਸ਼ਬਦ ਉਚਾਰਨ ਕੀਤਾ। ਉਹ ਸੁਣਦੇ ਹਾਂ। ਸ਼ਲੋਕ ਮਹੱਲਾ ਪਹਿਲਾ। ਸ਼ਲੋਕ ਹੈ ਪਹਿਲੇ ਪਾਤਸ਼ਾਹ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ। ਕੁਲਹਾਂ ਦੇਂਦੇ ਬਾਵਲੇ। ਕੁੱਲਾ ਕਹਿ ਦਿੰਦੇ ਆ ਟੋਪੀ ਨੂੰ। ਇਹ ਸਾਧੂਆਂ ਸੰਤਾਂ ਦੇ ਵਿੱਚ ਰੀਤੀ ਹੁੰਦੀ ਕਿ ਜਦੋਂ ਕੋਈ ਚੜ੍ਹਾਈ ਕਰ ਜਾਂਦਾ ਉਹਨੂੰ ਫਿਰ ਟੋਪੀਆਂ ਦਿੰਦੇ, ਉਦਾਸੀ ਦਿੰਦੇ, ਹੋਰ ਕਈ ਮਤ ਮਤਾਂਤਰਾਂ ਵਾਲੇ ਇੱਦਾਂ ਟੋਪੀਆਂ ਜਿਹੀਆਂ ਬੜੀਆਂ ਦਿੰਦੇ। ਮਹਾਰਾਜ ਕਹਿੰਦੇ ਹਨ, ਕਹਿੰਦੇ ਵੀ ਕੁਲਹਾਂ ਦੇਂਦੇ ਬਾਵਲੇ, ਟੋਪੀਆਂ ਸਿਰ 'ਤੇ ਰੱਖਦੇ ਜਿਹੜੇ ਉਹ ਬੌਲੇ ਆ, ਕਮਲੇ ਆ। ਲੈਂਦੇ ਵੱਡੇ ਨਿਲੱਜ, ਲੈਂਦੇ ਵੱਡੇ ਨਿਲੱਜ ਕਹਿੰਦੇ ਬੇਸ਼ਰਮ ਨੂੰ। ਗੁਰੂ ਜੀ ਕਹਿੰਦੇ ਅੱਗੇ ਚੌੜੇ ਹੋ ਬੈਠਦੇ ਜਿਹੜੇ ਬੜੀ ਬੇਸ਼ਰਮੀ ਦੇ ਨਾਲ ਬੇਲੱਜ ਹੋ ਕੇ ਬੈਠ ਜਾਂਦੇ ਆ। ਅੰਦਰ ਕੋਈ ਅਧਿਆਤਮਵਾਦ ਨਹੀਂ ਹੁੰਦਾ, ਅੰਦਰ ਕੋਈ ਗੱਲਬਾਤ ਨਹੀਂ ਹੁੰਦੀ, ਬਾ ਉੱਦਾਂ ਹੀ ਅੱਗੇ ਹੋ ਬੈਠਣਾ, ਮੈਨੂੰ ਮਿਲ ਜਾਏ, ਮੈਨੂੰ ਮਿਲ ਜਾਏ। ਮਹਾਰਾਜ ਕਹਿੰਦੇ ਵੀ ਬੇਸ਼ਰਮੀ ਦੀ ਹੱਦ ਹੈ। ਕੀ ਕੁਝ ਨਹੀਂ ਲੋਕੀ ਕਰਦੇ। ਲੋਕੀ ਇਹ ਟੋਪੀਆਂ ਲੈਣ ਲਈ, ਜ਼ਿੰਮੇਵਾਰੀਆਂ ਲੈਣ ਦੇ ਲਈ ਕਈਆਂ ਨੇ ਤੇ ਆਪਣੇ ਚੇਲਿਆਂ ਨੇ ਆਪਣੇ ਗੁਰੂ ਮਾਰ ਦਿੱਤੇ ਧੱਕੇ ਦੇ ਨਾਲ ਵੀ ਮੈਨੂੰ ਮਿਲ ਜਾਏ। ਉਹ ਕੀ ਕੋਈ ਅਧਿਆਤਮਵਾਦ ਹੈ? ਜਾਂ ਫਿਰ ਪਹਿਲਾਂ ਹੀ ਸੈਟਿੰਗਾਂ ਕਰ ਰੱਖਦੇ ਆ, ਰਿਸ਼ਵਤਾਂ ਦਿੰਦੇ ਆ, ਮੈਨੂੰ ਮਿਲ ਜਾਏ, ਇਹਦੀ ਡੇਰੇ ਦੀ ਮਹੰਤੀ ਮਿਲ ਜਾਏ ਅਤੇ ਮੈਂ ਵੱਡਾ ਬਣ ਜਾਵਾਂਗਾ। ਮਹਾਰਾਜ ਕਹਿੰਦੇ ਸਭ ਜਿਹੜੇ ਕਣ ਤੋਂ ਬਿਨਾਂ, ਅੰਦਰ ਕਣ ਨਾ ਹੋਵੇ ਅਤੇ ਬਾਹਰਾ ਜਿਹੜਾ ਖੋਲ ਹੈ ਨਾ ਉਹ ਕਿਸੇ ਕੰਮ ਨਹੀਂ। ਕਣ ਬਿਨਾ ਜੈਸੇ ਥੁੱਥਰ ਤੁਖਾ, ਬਾਦਤ ਤ੍ਰਿਲੋਚਨ ਸੁਣ ਰੇ ਪ੍ਰਾਣੀ, ਕਣ ਬਿਨ ਗਾਹੋ ਕੇ ਪਾਹੀ। ਭਗਤਾਂ ਦੀ ਬਾਣੀ ਵਿੱਚ ਆਉਂਦਾ। ਜੇ ਵਿੱਚ ਕਾਣੇ ਨਾ ਹੋਵੇ, ਫਸਲ ਦੇ ਵਿੱਚ ਦਾਣਾ ਹੀ ਨਾ ਹੋਵੇ ਅਤੇ ਬਾਹਰੀ ਫੂਸ ਨੂੰ ਕੀ ਗਾਹ ਪਾਈ ਜਾਓਗੇ? ਉਹਦਾ ਕੀ ਉਹਦਾ ਪੁੱਟੋਗੇ, ਕੀ ਉਹਦਾ ਕੱਢੋਗੇ? ਕੁਛ ਵੀ ਨਹੀਂ ਨਿਕਲਣਾ ਉਹ 'ਚ। ਇਸੇ ਤਰ੍ਹਾਂ ਆ ਬਾਹਰਲੇ ਜਿਹੜੇ ਡੇਰੇ ਨੇ, ਇਹਨਾਂ ਦੀਆਂ ਮਹੰਤੀਆਂ ਨੇ ਜਿਹੜੀਆਂ, ਮਹਾਰਾਜ ਕਹਿੰਦੇ ਝਗੜੇ ਦੇ ਕਾਰਨ ਕਈ ਵਾਰੀ ਬਣ ਜਾਂਦੇ। ਅੰਦਰ ਖਾਲੀ ਹੁੰਦਾ ਨਾਮ ਤੋਂ ਬਿਨਾਂ, ਅਤੇ ਨਾਮ ਤੋਂ ਬਿਨਾਂ ਸਭ ਕੁਝ ਫੈਲ ਫੱਕੜ ਬਣ ਜਾਂਦਾ। ਮਹਾਰਾਜ ਕਹਿੰਦੇ ਫਿਰ ਉਹ ਤੋਂ ਬਿਨਾਂ ਜਿਹੜੇ ਕੁਲਹਾਂ ਦਿੰਦੇ ਨੇ, ਸਿਰ ਦੇ ਉੱਤੇ ਟੋਪੀਆਂ ਰੱਖਦੇ ਬਾਵਲੇ ਹਨ। ਲੈਂਦੇ ਵੱਡੇ ਨਿਲੱਜ ਜਿਹੜੇ ਲੈਂਦੇ ਹਨ ਉਹ ਵੀ ਬੇਸ਼ਰਮ ਹਨ। ਚੂਹਾ ਖੱਡ ਨਾ ਮਾਵਈ, ਤਿੱਕਲ ਬੰਨ੍ਹੈ ਛੱਜ। ਇਹ ਤਾਂ ਉਹ ਗੱਲ ਹੋ ਗਈ। ਗੁਰੂ ਜੀ ਨੇ ਉਦਾਹਰਨ ਦਿੱਤਾ। ਕੀ ਉਦਾਹਰਨ ਦੇ ਰਹੇ ਗੁਰੂ ਜੀ? ਕਹਿੰਦੇ ਇੱਕ ਚੂਹਾ ਸੀ ਕਿਤੇ, ਦੂਜੇ ਚੂਹਿਆਂ ਨੇ ਚੁੱਕ ਦਿੱਤਾ। ਚੁੱਕਣਾ ਬੜੀ ਭੈੜੀ ਚੀਜ਼ ਹੁੰਦੀ ਹੈ, ਵੱਡੇ ਵੱਡੇ ਕੰਮ ਕਰਾ ਦਿੰਦੀ। ਗਲਤ ਤੋਂ ਗਲਤ ਚੁੱਕਣਾ ਹੁੰਦੀ, ਜਿਹੜੀ ਮਰਵਾ ਵੀ ਦਿੰਦੀ। ਉਹਨਾਂ ਆਖਿਆ ਵੀ ਤੂੰ ਬੜਾ ਤਕੜਾ ਹੈ, ਮੋਟਾ ਹੈ, ਅਤੇ ਇਉਂ ਕਰ, ਤੂੰ ਸਾਡਾ ਲੰਬੜਦਾਰ ਹੋ ਜਾ, ਆਗੂ ਹੋ ਜਾ। ਕਹਿੰਦੇ ਵੀ ਕਰਨਾ ਕੀ ਹੈ? ਕਰਨਾ ਕੀ ਹੈ? ਬਸ ਲੱਕ ਨਾਲ ਛੱਜ ਬੰਨ੍ਹ ਲੈ। ਛੱਜ ਹੁੰਦਾ ਤੀਲਿਆਂ ਦਾ ਬਣਿਆ ਹੋਇਆ। ਛੱਜ ਬੰਨ੍ਹ ਲੈ ਛੋਟਾ ਜਿਹਾ ਲੱਕ ਨਾਲ, ਅਤੇ ਧਿਆਨ ਰੱਖੀ ਜਦੋਂ ਵੀ ਬਿੱਲੀ ਆਵੇ ਬਸ ਛੱਜ ਖੜਕਾ ਦੀ। ਤੂੰ ਤਾਂ ਤਕੜਾ ਹੈ, ਜਦੋਂ ਬਿੱਲੀ ਆਏਗੀ ਛੱਜ ਖੜਕਾ ਦਿਆ ਕਰ, ਅਤੇ ਬਸ
ਬਾਕੀ ਸਾਰੇ ਸਾਵਧਾਨ ਹੋ ਜਾਣਗੇ। ਚੂਹਾ ਅਲੰਬੜਦਾਰੀ ਦਾ ਛੱਜ ਬਣ ਕੇ ਬਹਿ ਗਿਆ। ਆਹੀ ਕੁਝ ਹੋਇਆ। ਤੇ ਸਾਧ ਸੰਗਤ ਬਿੱਲੀ ਆਈ, ਛੱਜ ਖੜਕਾ ਦਿੱਤਾ, ਦੂਜੇ ਤੇ ਭੱਜ ਕੇ ਵੜ ਗਏ। ਵੜਨ ਲੱਗਾ, ਇਹਦੇ ਛੱਜ ਨੇ ਇਹਨੂੰ ਵੜਨੇ ਨਾ ਦਿੱਤਾ ਖੱਡ 'ਚ। ਪਹਿਲਾਂ ਹੀ ਬੜਾ ਫੁੱਲਿਆ ਹੋਇਆ ਸੀ ਤੇ ਦੂਜਾ ਲੱਕ ਨਾਲ ਛੱਜ ਬੰਨ੍ਹ ਲਿਆ। ਬਿੱਲੀ ਖਾ ਗਈ। ਮਹਾਰਾਜ ਕਹਿੰਦੇ ਉਹੀ ਹਾਲਤ ਹੈ, ਚੂਹਾ ਖੱਡ ਨਾ ਮਾਵਈ। ਚੂਹਾ ਆਪਣੀ ਖੱਡ ਦੇ ਅੰਦਰ ਜਿੱਥੇ ਉਹਨੇ ਵੜਨਾ ਜਾ ਕੇ, ਕਹਿੰਦੇ ਉਹ 'ਚ ਮਾਵਈ ਉਹਦੇ ਵਿੱਚ ਪਹਿਲਾਂ ਹੀ ਨਹੀਂ ਵੜ ਸਕਦਾ। ਦੂਜਾ ਤਿੱਕਲ ਕਹਿੰਦੇ ਲੱਕ ਨਾਲ, ਕਮਰ ਨਾਲ, ਕਹਿੰਦੇ ਤਿੱਕਲ ਬੰਨ੍ਹਣਾ ਛੱਜ ਉੱਤੋਂ, ਲੱਕ ਨਾਲ ਛੱਜ ਬੰਨ੍ਹੀ ਬੈਠਾ। ਇਹ ਤਾਂ ਪਹਿਲਾਂ ਹੀ ਨਹੀਂ ਮਾਣ ਸੀ। ਮਹਾਰਾਜ ਕਹਿੰਦੇ ਪਹਿਲਾਂ ਹੀ ਹੰਕਾਰ ਸਿਰ ਚੜ੍ਹ ਕੇ ਬੋਲਦਾ ਸੀ। ਹੁਣ ਇਹਨੂੰ ਮੰਤੀ ਦੇ ਦਿੱਤੀ, ਹੁਣ ਇਹ ਆਗੂ ਬਣਾ ਤਾ, ਹੁਣ ਇਹ ਕਿਸੇ ਨੂੰ ਕੀ ਗੌਲੂਗਾ। ਮਹਾਰਾਜ ਕਹਿੰਦੇ ਇਹੋ ਜਿਹਾ ਇਨਸਾਨ ਪਹਿਲਾਂ ਹੀ ਮੁਕਤੀ ਰੂਪੀ ਦੁਆਰੇ 'ਚ ਪਹੁੰਚ ਨਹੀਂ ਸੀ ਸਕਦਾ, ਮੁਕਤ ਨਹੀਂ ਸੀ ਹੋ ਸਕਦਾ। ਹੁਣ ਇਹਨੂੰ ਚੌਧਰਦਾਰੀ ਦੇ ਦਿੱਤੀ ਅਤੇ ਚੌਧਰਦਾਰੀ ਦੇ ਹੰਕਾਰ ਦੇ ਵਿੱਚ ਇਹਦੀ ਜਿਹੜਾ ਧੌਣ 'ਚ ਹੰਕਾਰ ਦਾ ਕਿੱਲਾ ਗੱਡਿਆ, ਉਹ ਨਿਕਲਣਾ ਨਹੀਂ ਕਦੇ। ਇਹਨੇ ਝੁਕਣਾ ਸਿੱਖਣਾ ਹੀ ਨਹੀਂ, ਨਿਮਰਤਾ ਆਉਣੀ ਹੋਣੀ ਇਹਦੇ। ਮੈਂ ਦੇਖੇ ਕਈ ਇੱਥੇ ਦੁਆਨੀ ਦੇ ਬੰਦੇ ਮੰਤ ਬਣ ਬਹਿੰਦੇ, ਉੱਚੇ ਬਣ ਬਹਿੰਦੇ, ਉਹਨਾਂ ਨੂੰ ਸਤਿਕਾਰ ਹੀ ਨਹੀਂ ਰਹਿੰਦਾ ਗੁਰਸਿੱਖਾਂ ਦਾ। ਕੋਈ ਚਲਾ ਜਾਏ, ਕੋਈ ਮਿਲ ਵੀ ਲਏ, ਅਤੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਰਹਿੰਦਾ ਕਿ ਕਿਵੇਂ ਸਤਿਕਾਰ ਕਰੀਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਵਿੱਚ ਆਉਂਦੀ ਐਸੀ ਸਾਖੀ। ਗੁਰੂ ਪਾਤਸ਼ਾਹ ਗੁਰੂ ਕਲਗੀਧਰ ਜੀ ਜਾ ਰਹੇ ਸਨ ਦਮਦਮਾ ਸਾਹਿਬ ਨੂੰ। ਰਸਤੇ ਵਿੱਚ ਇੱਕ ਡੇਰੇਦਾਰ ਜੋਗੀ ਸੀ, ਹੁਕਮਨਾਥ ਸੀ ਉਹਦਾ ਨਾਮ। ਗੁਰੂ ਨਾਨਕ ਦੇਵ ਜੀ ਗੁਰੂ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹਦੇ ਡੇਰੇ ਵਿੱਚ ਗਏ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵੇਖ ਕੇ ਖੜ੍ਹਾ ਹੀ ਨਾ ਹੋਇਆ। ਡੇਰੇ ਦਾ ਬੜਾ ਉਹਨੂੰ ਸੀ ਵੀ ਮੇਰੇ ਡੇਰੇ 'ਚ ਆਏ ਨੇ। ਅਤੇ ਅੰਤ ਗੁਰੂ ਕਲਗੀਧਰ ਮਹਾਰਾਜ ਨੂੰ ਕਹਿੰਦਾ ਕੋਈ ਸ਼ਕਤੀ ਦਿਖਾਓ, ਕੋਈ ਤਾਕਤ ਦਿਖਾਓ। ਮੈਂ ਫਿਰ ਗੁਰੂ ਕਲਗੀਧਰ ਮਹਾਰਾਜ ਨੇ ਐਸੀ ਸ਼ਕਤੀ ਦਿਖਾਈ, ਮੁੜ ਕੇ ਖਿਲਾਰੀ ਪੈ ਗਏ, ਸਭ ਕੁਝ ਛੱਡ ਕੇ ਭੱਜ ਗਿਆ। ਤਾਂ ਉਹ ਇਸ ਤਰ੍ਹਾਂ ਕਈ ਹੁੰਦੇ ਹਨ ਬੇਸਮਝੀ ਵਾਲੇ ਡੇਰਿਆਂ ਦਾ ਹੀ, ਜਿਹਨੂੰ ਬੜਾ ਹੁੰਦਾ ਕਿ ਮੇਰੇ ਕੋਲ ਆਹ ਹੈ। ਮਹਾਰਾਜ ਕਹਿੰਦੇ ਉੱਤੇ ਉਹ ਗੱਲ ਹੋ ਗਈ, ਚੂਹਾ ਖੱਡ ਨਾ ਮਾਵਈ। ਹੈ ਤਾਂ ਚੂਹਾ ਹੀ ਹੈ। ਆਲੇ ਦੁਆਲੇ 4 ਬਾਡੀਗਾਰਡ ਲਾ ਲਏ, 4 ਬੰਦੇ ਪਹਿਰੇ 'ਤੇ ਖੜ੍ਹਾ ਲਏ, ਵੱਡਾ ਜਿਹਾ ਡੇਰਾ ਖੜ੍ਹਾ ਕਰ ਲਿਆ, ਫਿਰ ਕੀ ਹੈ। ਖੱਡ ਨੂੰ ਸ਼ਿੰਗਾਰ ਲਿਆ, ਪਰ ਇਹ 'ਚ ਤੇਰੇ ਤੋਂ ਵੜ ਨਹੀਂ ਹੋਣਾ। ਚੂਹਾ ਖੱਡ ਨਾ ਮਾਵਈ, ਤਿੱਕਲ ਬੰਨ੍ਹਣਾ ਛੱਜ। ਕਹਿੰਦੇ ਚੂਹਾ ਪਹਿਲਾਂ ਖੱਡ 'ਚ ਨਹੀਂ ਵੜ ਸਕਦਾ ਸੀ ਅਤੇ ਹੁਣ ਲੱਕ ਨਾਲ ਛੱਜ ਬੰਨ੍ਹ ਲਿਆ। ਹੁਣ ਸਰਕਾਰੀ ਦਰਬਾਰੇ ਵੀ ਚੱਲਣ ਲੱਗ ਪਈ। ਹੁਣ ਹੋਰ ਥੋੜ੍ਹੀ ਜਿਹੀ ਪ੍ਰਤਿਸ਼ਠਾ ਹੋ ਗਈ। ਮਹਾਰਾਜ ਕਹਿੰਦੇ ਇਹਨਾਂ ਚੀਜ਼ਾਂ ਨਾਲ ਮੁਕਤੀ ਦਾ ਦਰਵਾਜ਼ਾ ਨਹੀਂ ਮਿਲ ਸਕਦਾ। ਕਬੀਰ ਮੁਕਤ ਦੁਆਰਾ ਸੰਕੁਰਾ, ਰਾਈ 10ਵੇਂ ਭਾਏ, ਮਨ ਤਉ ਮੈਗਲ ਹੋਏ ਰਹਾ, ਨਿਕਸਿਆ ਕਿਉਂ ਕਰ ਜਾਏ। ਇਹ ਤਾਂ ਬਹੁਤ ਬਰੀਕੀ ਨਾਲ ਸੂਖਸ਼ਮ ਵਾਲਾ ਹੈ। ਅਤੇ ਨਾਲ ਕਹਿੰਦੇ ਦੇਨ ਦੁਆਈ ਸੇ ਮਰੈ। ਫਿਰ ਇਹੋ ਜਿਹੇ ਚੂਹੇ ਸੁਭਾਅ ਵਾਲਿਆਂ ਨੂੰ, ਚੂਹੇ ਦਾ ਸੁਭਾਅ ਹੁੰਦਾ ਕੁਤਰਨਾ, ਜਿਹੜੇ ਦੂਜੇ ਦੀ ਇੱਜ਼ਤ ਪ੍ਰਤਿਸ਼ਠਾ, ਦੂਜੇ ਦੀ ਮਾਣ ਮਰਿਆਦਾ ਨੂੰ ਕੁਤਰਦੇ, ਨਿੰਦਿਆ ਕਰਨ ਵਾਲੇ ਇਹੋ ਜਿਹੇ ਸਾਧ। ਮਹਾਰਾਜ ਕਹਿੰਦੇ ਇਹੋ ਜਿਹੇ ਬਣ ਬੈਠਦੇ ਜਿਹੜੇ ਦੇਣ ਦੁਆਈ, ਫਿਰ ਦੁਆਵਾਂ ਦਿੰਦੇ ਲੋਕਾਂ ਨੂੰ। ਇਹ ਫਿਰ ਕਹਿੰਦੇ ਕਿਰਪਾ ਰਹੀ ਹੈ। ਫਿਰ ਹੱਥ ਖੜ੍ਹੇ ਕਰਦੇ ਆ। ਫਿਰ ਆਲੇ ਦੁਆਲੇ ਲੋਕ ਬੈਠੇ ਹੁੰਦੇ, ਝੁਰਮਟ ਜਾ ਪਾਈ, ਝੁੰਡ ਜਾ ਬਣਾਈ। ਫਿਰ ਉੱਚੀ ਜਿਹੀ ਜਗ੍ਹਾ ਬੈਠਦੇ ਆ ਗੱਦੀ ਉੱਤੇ, ਅਤੇ ਲੋਕਾਂ ਵੱਲ ਹੱਥ ਜੇ ਖੜ੍ਹੇ ਕਰਦੇ ਆ, ਪ੍ਰਸ਼ਾਦ ਦਿੰਦੇ ਆ। ਇਹ ਅਤੇ ਮਹਾਰਾਜ ਕਹਿੰਦੇ ਇਹੋ ਜਿਹੇ ਬੰਦੇ ਜਿਹੜੇ ਦੁਆਵਾਂ ਦਿੰਦੇ ਆ, ਦੇਨ ਦੁਆਈ ਸੇ ਮਰੈ। ਮਹਾਰਾਜ ਕਹਿੰਦੇ ਤਾਂ ਮਰਨਗੇ ਆਪਣੀਆਂ ਕਰਤੂਤਾਂ ਦੇ ਨਾਲ। ਪਤਾ ਲੱਗਦਾ ਜਦੋਂ ਵੀ ਇਹ ਤਾਂ ਜਿਹੜਾ ਕੁੱਲ ਦੁਨੀਆ ਦਾ ਬਾਪੂ ਬਣਿਆ ਫਿਰਦਾ ਸੀ ਅਤੇ ਹੋਰੇ ਨਿਕਲਿਆ। ਇਹ ਤਾਂ ਕੁਛ ਹੋਰ ਹੀ ਹੈ ਬਈ। ਇਹ ਪਿਤਾ ਜੀ ਖਵਾਉਂਦਾ ਸੀ, ਇਹ ਕੁਛ ਹੋਰ ਹੀ ਨਿਕਲਿਆ ਆ। ਬਾਪੂ ਜੀ ਵੀ ਮੰਨਿਆ ਗਿਆ, ਪਿਤਾ ਜੀ ਵੀ ਇਹ ਤਾਂ ਬਈ ਬੜੇ ਠੱਗ ਨਿਕਲੇ। ਮਹਾਰਾਜ ਕਹਿੰਦੇ ਦੇਨ ਦੁਆਈ, ਇਹ ਦੁਆਵਾਂ ਦੇਣ ਵਾਲੇ ਜਿਹੜੇ
ਬਿਨਾਂ ਕਿਸੇ ਗੱਲਬਾਤ ਤੋਂ ਦੁਆਵਾਂ ਦਿੰਦੇ ਨਾ, ਬਣ ਬਹਿੰਦੇ, ਸੇ ਮਰਹਿ ਮਹਾਰਾਜ ਕਹਿੰਦੇ ਮਰਨਗੇ ਉਹ। ਇਹ ਯਾਦ ਰੱਖ ਲਿਓ, ਗੁਰੂ ਨਾਨਕ ਦੇਵ ਮਹਾਰਾਜ ਦੇ ਵਾਕ ਨੇ। ਜਿੰਨਾ ਸਮਾਂ ਅੰਦਰ ਕੋਈ ਗੱਲਬਾਤ ਹੈ ਨਹੀਂ, ਬਣ ਬੈਠੂ ਜਿਹੜਾ ਵੀ ਮਰੂਗਾ, ਡੁੱਬੂਗਾ ਕਦੇ ਨਾ ਕਦੇ। ਉਹਦਾ ਉਗੜ ਗਿਆ ਜੈਸੇ ਖੋਟਾ ਢਬੂਆ, ਜਾਂ ਨਦਰ ਸਰਾਫਾ ਆਇਆ। ਅੰਦਰਲਾ ਜਿਹੜਾ ਪਾਪ ਹੈ ਉਹ ਉੱਗਾ ਹੋ ਹੀ ਜਾਂਦਾ, ਜੋ ਮਰਜ਼ੀ ਕਰ ਲਓ। ਕਿੰਨਾ ਕੁ ਸਮਾਂ ਪਖੰਡ ਕਰ ਲਏਗਾ, ਕਿੰਨਾ ਕੁ ਸਮਾਂ ਧੋਖਾ ਕਰ ਲਏਗਾ। ਮਹਾਰਾਜ ਕਹਿੰਦੇ ਦੇਨ ਦੁਆਈ ਸੇ ਮਰੈ, ਜਿਨ ਕੋ ਦੇਨ ਸੇ ਜਾਹੇ। ਅਤੇ ਜਿਨ੍ਹਾਂ ਨੂੰ ਅੱਗੇ ਦੁਆਵਾਂ ਦੇਵੇਗਾ ਪਖੰਡੀ ਆਪ ਵੀ, ਅਤੇ ਜਿਹੜੇ ਉਹਦੇ ਪਖੰਡੀ ਦੇ ਚੇਲੇ ਹੋਣਗੇ, ਦਿਨ ਕੋ ਦੇਨ ਸੇ ਜਾਹੇ, ਜਿਨ੍ਹਾਂ ਨੂੰ ਦੁਆਵਾਂ ਦੇਵੇਗਾ, ਆਸ਼ੀਰਵਾਦ ਦੇਵੇਗਾ ਜਿਨ੍ਹਾਂ ਦੇ ਲਈ, ਮਹਾਰਾਜ ਕਹਿੰਦੇ ਉਹ ਵੀ ਜਾਣਗੇ। ਜਿਨ੍ਹਾਂ ਨੂੰ ਕਹੇਗਾ ਲੈ ਮੇਰਾ ਹੋ ਗਿਆ ਬਚਨ, ਬਸ ਹੁਣ ਸਿਰਾ ਹੀ ਹੈ, ਪਾਰ ਲੰਘਣਾ ਇਹਨੇ, ਮਹਾਰਾਜ ਕਹਿੰਦੇ ਆਪ ਤਾਂ ਡੁੱਬੇ ਹੀ ਹੈ ਇਹ। ਜਿਹੜੇ ਉਹਦੇ ਬਚਨ 'ਤੇ ਪਖੰਡੀ ਦੇ 'ਤੇ ਵਿਸ਼ਵਾਸ ਕਰਨਗੇ ਉਹ ਵੀ ਡੁੱਬਣਗੇ। ਕਿਉਂ? ਅਧੂਰਾ ਹੈ। ਕੱਚਿਆਂ ਦੇ ਆਸਰੇ ਤਰਿਆ ਥੋੜ੍ਹਾ ਜਾਣਾ, ਇਹ ਤਾਂ ਸਿੱਧੀ ਗੱਲ ਹੈ। ਕੱਚੇ 'ਤੇ ਯਕੀਨ ਤੁਹਾਡਾ ਭਾਵੇਂ ਪੱਕਾ ਹੀ ਹੈ, ਪਰ ਜੀ 'ਤੇ ਯਕੀਨ ਹੋਣਾ ਚਾਹੀਦਾ, ਉਹ ਪੱਕਾ ਹੋਣਾ ਚਾਹੀਦਾ। ਇੱਕ ਵਾਰ ਬੜੀ ਇੱਕ ਸੋਹਣੀ ਉਦਾਹਰਨ ਹੈ। ਇੱਕ ਮਹਾਤਮਾ ਬੜੀ ਵਧੀਆ ਵਿਆਖਿਆ ਕਰ ਰਿਹਾ ਸੀ ਸ਼ਰਧਾ ਦੀ। ਸ਼ਰਧਾ ਹੋਣੀ ਚਾਹੀਦੀ ਹੈ, ਸ਼ਰਧਾ ਲਿਆਉਣੀ ਚਾਹੀਦੀ ਹੈ, ਸ਼ਰਧਾ ਬੜੀ ਚੰਗੀ ਚੀਜ਼ ਹੈ। ਉਹਨਾਂ ਦਾ ਇੱਕ ਸ਼ਿਸ਼ ਸੀ, ਉਹਨੇ ਸਵਾਲ ਕੀਤਾ, ਕਹਿੰਦਾ ਜੀ ਮੈਂ ਸੁਣਿਆ ਸ਼ਰਧਾ ਅੰਨ੍ਹੀ ਹੁੰਦੀ ਹੈ। ਇਹ ਵਿਵੇਕਾਨੰਦ ਜੀ ਦੀ ਗੱਲ ਹੈ, ਵਿਵੇਕਾਨੰਦ ਦੇ ਗੁਰੂ ਪ੍ਰਚਾਰ ਕਰ ਰਹੇ ਸੀ। ਉਹਨਾਂ ਨੇ ਫਿਰ ਉਹਨੂੰ ਕਿਹਾ, ਕਹਿੰਦੇ ਕੋਈ ਨਾ ਬੈਠਾ ਰਿਹਾ। ਉਹਨਾਂ ਫਿਰ ਸ਼ਰਧਾ ਦੀ ਗੱਲ ਸ਼ੁਰੂ ਕਰ ਦਿੱਤੀ, ਸ਼ਰਧਾ ਹੋਣੀ ਚਾਹੀਦੀ ਹੈ, ਸ਼ਰਧਾ ਕਰੋ, ਸ਼ਰਧਾ ਬਿਨਾਂ ਬੇੜਾ ਨਹੀਂ ਪਾਰ। ਉਹਨੇ ਫਿਰ ਨੌਜਵਾਨ ਸੀ, ਉਹਨੇ ਆਖਿਆ, ਕਹਿੰਦਾ ਜੀ ਨਾਲੇ ਮੈਂ ਸੁਣਿਆ ਸ਼ਰਧਾ ਅੰਨ੍ਹੀ ਹੁੰਦੀ ਹੈ। ਉਹਨੇ ਅੱਗੋਂ ਫਿਰ ਆਖਿਆ, ਕਹਿੰਦੇ ਹਾਂ ਬੇਟਾ ਸ਼ਰਧਾ ਹਮੇਸ਼ਾ ਅੰਨ੍ਹੀ ਹੁੰਦੀ ਹੈ, ਪਰ ਯਾਦ ਰੱਖਿਓ ਸ਼ਰਧਾ ਜੀ 'ਤੇ ਕੀਤੀ ਹੈ ਉਹ ਅੰਨਾ ਨਾ ਹੋਵੇ। ਬਸ ਸ਼ਰਧਾ ਹਮੇਸ਼ਾ ਹੀ ਅੰਨ੍ਹੀ ਹੁੰਦੀ, ਸ਼ਰਧਾ ਦੇ ਅੱਖਾਂ ਨਹੀਂ, ਪਰ ਜਿਸ 'ਤੇ ਤੁਸੀਂ ਸ਼ਰਧਾ ਰੱਖ ਰਹੇ ਉਹ ਅੰਨਾ ਨਾ ਹੋਵੇ। ਇੰਨਾ ਹੀ ਧਿਆਨ ਰੱਖਿਓ। ਇਸ ਲਈ ਭਾਈ ਸਾਨੂੰ ਸਾਡੇ ਅੰਦਰ ਪ੍ਰੇਮ ਹੈ, ਸਾਡੇ ਅੰਦਰ ਸ਼ਰਧਾ ਹੈ, ਸਾਰਿਆਂ ਵਿੱਚ ਹੁੰਦੀ ਹੈ, ਪਰ ਇਹ ਵੀ ਧਿਆਨ ਰੱਖਣਾ ਹੱਕ ਬਣਦਾ ਹੈ ਵੀ ਜਿਹਦੇ ਅਸੀਂ ਅੱਗੇ ਪਿੱਛੇ ਲੱਗੇ ਫਿਰਦੇ ਉਹ ਵੀ ਅੰਨਾ ਹੀ ਨਾ ਹੋਵੇ, ਕਿਤੇ ਪਖੰਡੀ ਹੋ ਨਾ ਹੋਵੇ। ਇਸ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਇਹ ਖਹਿੜਾ ਹੀ ਛਡਾ ਦਿੱਤਾ। ਸਾਧ ਸੰਗਤ ਸਾਨੂੰ ਆਖ ਦਿੱਤਾ, ਆਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲਵੋ ਚਾਹੇ ਖੋਜ ਸ਼ਬਦ ਮਹਿਲੇ। ਗੁਰਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲੱਗੀਏ ਅਤੇ ਜਿਹੜਾ ਮਰਜ਼ੀ ਆਈ ਜਾਏ, ਬਸ ਪਿਆਰ ਸਤਿਕਾਰ ਸਭ ਦਾ ਕਰਨਾ ਹੈ। ਸ਼ਰਧਾ ਕੇਵਲ ਗੁਰੂ ਗ੍ਰੰਥ ਸਾਹਿਬ 'ਤੇ ਰੱਖੋ, ਅਤੇ ਜਦੋਂ ਕਿਸੇ ਦੂਜੇ 'ਤੇ ਰੱਖਾਂਗੇ ਜੀ ਅਤੇ ਸਾਧ ਸੰਗਤ ਉਦੋਂ ਟੁੱਟਣ ਦਾ ਖਤਰਾ ਹੀ ਹੈ, ਕਿਉਂਕਿ ਕੱਚੇ ਆ। ਜਦੋਂ ਸਾਡੇ ਕੋਲ ਪੱਕਾ ਹੀ ਹੈ, ਸਾਡੇ ਕੋਲ ਪੂਰਨ ਗੁਰੂ ਹੈ, ਉਹ ਡੁੱਬਣ ਜਿਨ੍ਹਾਂ ਕੋਲ ਪੂਰਾ ਹੈ ਨਹੀਂ, ਜਿਨ੍ਹਾਂ ਨੂੰ ਪਤਾ ਨਹੀਂ ਹੈ, ਉਹ ਡੁੱਬ ਵੀ ਰਹੇ ਹੈ। ਪਰ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਵਚਨਾਂ ਦਾ ਪਤਾ ਹੈ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਰਨੀ ਦਾ ਪਤਾ ਹੈ, ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣਾ ਪੂਰੇ ਦਾ ਪੂਰਾ ਸਰਬੰਸ ਕੁਰਬਾਨ ਕਰਨ ਵਾਲੇ ਹੈ, ਉਹ ਕਦੇ ਆਪਣੇ ਸਿੱਖਾਂ ਨੂੰ ਗਲਤ ਰਾਹ ਥੋੜ੍ਹਾ ਪਾ ਸਕਦੇ, ਸਹੀ ਰਾਹ ਪਾ ਕੇ ਗਏ। ਉਹ ਸਹੀ ਰਾਹ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਨਾਲ ਜੁੜਨਾ। ਅਤੇ ਜਿਹੜੇ ਸਿੱਖ ਨੂੰ ਪਤਾ ਭਾਈ, ਉਹ ਵੀ ਜੇ ਭੁੱਲੇ ਜਾਂ ਕਿਸੇ ਹੋਰ ਉੱਤੇ ਆਸਥਾ ਰੱਖੇ, ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਤੇ ਹੋਰ ਦੇਵੀ ਦੇਵਤੇ ਡੇਰੇਦਾਰਾਂ ਦਾ ਚੇਲਾ ਬਣ ਕੇ ਬੈਠੇ। ਹਾਂ, ਮਹਾਤਮਾ ਦਾ ਗੁਰਮੁਖ ਦਾ ਸਤਿਕਾਰ ਇੱਕ ਵੱਖਰੀ ਚੀਜ਼ ਹੈ, ਪਰ ਗੁਰੂ ਗ੍ਰੰਥ ਸਾਹਿਬ ਹਨ, ਉਹ ਮਹਾਤਮਾ, ਉਹ ਸਾਧੂ, ਉਹ ਸੰਤ ਵੀ ਸਿੱਖ ਨਾਲ ਦੀ ਨਾਲ ਪਹਿਚਾਣ ਲੈਂਦਾ ਵੀ ਇਹ ਗੱਲ ਤਾਂ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਹੀ ਕਰ ਰਿਹਾ ਹੈ, ਫਿਰ ਉੱਥੇ ਗੁਰੂ ਕਾ ਸਿੱਖ ਵਿਸ਼ਵਾਸ ਨਹੀਂ ਕਰਦਾ। ਇਸ ਲਈ ਮਹਾਰਾਜ ਕਹਿੰਦੇ ਜਿਹੜੇ ਤਾਂ ਦੁਆਵਾਂ ਦਿੰਦੇ ਆਪ ਗੁਰੂ ਬਣ ਕੇ ਉਹ ਮਰਦੇ ਆ ਭਵਸਾਗਰ ਵਿੱਚ,
ਤੇ ਜਿਹੜੇ ਉਹਨਾਂ ਤੋਂ ਦੁਆਵਾਂ ਲੈਂਦੇ, ਉਹਨਾਂ ਤੋਂ ਆਸ਼ੀਰਵਾਦ ਲੈਂਦੇ, ਉਹਨਾਂ ਦੇ ਕੋਲ ਜਾ ਕੇ ਪਾਣੀ ਕਰਵਾ ਲਿਆਉਂਦੇ, ਉਹਨਾਂ ਦੇ ਕੋਲੋਂ ਧਾਗੇ ਤਵੀਤ ਜੰਤਰ ਮੰਤਰ ਲਿਆਉਂਦੇ। ਮਹਾਰਾਜ ਕਹਿੰਦੇ ਉਹ ਵੀ ਡੁੱਬਦੇ ਆ। ਜਿਨ ਕੋ ਦੇਨ ਸੇ ਜਾਹੇ, ਜਿਨ੍ਹਾਂ ਨੂੰ ਇਹ ਦਿੰਦੇ ਆ ਨਾ ਇੱਦਾਂ ਦੀਆਂ ਦੁਆਵਾਂ, ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਉਹ ਵੀ ਜਾਣਗੇ, ਉਹ ਵੀ ਡੁੱਬਣਗੇ ਵਿਚਾਰੇ ਚੇਲੇ ਵੀ। ਨਾਨਕ ਹੁਕਮ ਨਾ ਜਾਪਈ ਕਿੱਥੈ ਜਾਏ ਸਮਾਹੇ। ਮਹਾਰਾਜ ਕਹਿੰਦੇ ਉਹ ਹੁਕਮ, ਇਹ ਪ੍ਰਮਾਤਮਾ ਦਾ ਹੁਕਮ ਹੈ। ਹੁਣ ਹੁਕਮ ਦੇ ਵਿੱਚ ਇਹ ਨਹੀਂ ਪਤਾ ਲੱਗਣਾ ਕਿ ਇਹ ਦੋਵੇਂ ਚੇਲਾ ਅਤੇ ਗੁਰੂ ਕਿੱਥੇ ਜਾ ਕੇ ਸਮਾਉਣਗੇ, ਕਿੱਥੇ ਜਾਣਗੇ, ਕਿਹੜੇ ਜਨਮ ਵਿੱਚ ਜਾਣਗੇ। ਕੁੱਤਿਆਂ 'ਚ ਜਾ ਕੇ ਸਮਾਉਣਗੇ, ਗਧਿਆਂ 'ਚ ਜਾ ਕੇ ਸਮਾਉਣਗੇ, ਸੱਪ ਬਣਨਗੇ, ਪਸ਼ੂ ਬਣਨਗੇ, ਕੀੜੇ ਬਣਨਗੇ। ਇਹ ਰੱਬ ਦਾ ਹੁਕਮ ਹੈ। ਇਹ ਤਾਂ ਨਹੀਂ ਕਿਸੇ ਨੂੰ ਪਤਾ ਕਿ ਜਾਣਗੇ ਕਿੱਥੇ, ਪਰ ਇੰਨਾ ਕੁ ਜ਼ਰੂਰ ਪਤਾ ਵੀ ਉਹ ਮਰਨਗੇ ਜ਼ਰੂਰ, ਭਵ ਸਾਗਰ ਤੋਂ ਡੁੱਬਣਗੇ ਜ਼ਰੂਰ, ਉਹਨਾਂ ਦਾ ਪਾਰ ਉਤਾਰਾ ਨਹੀਂ ਹੋਣਾ। ਫਸਲ ਅਹਾੜੀ ਏਕ ਨਾਮ, ਸਾਵਣੀ ਸਚ ਨਾਉ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਅਹਾੜ, ਇਹ ਭਾਈ ਇਹ ਬੰਦੇ ਕੀ ਕਰਦੇ ਆ, ਜਦੋਂ ਡੇਰਿਆਂ ਦੇ ਮਾਲਕ ਬਣ ਜਾਂਦੇ, ਫਿਰ ਹਾੜੀ ਦੇ ਵਿੱਚ ਵੀ, ਸੌਣੀ ਦੇ ਵਿੱਚ ਵੀ ਲੋਕਾਂ ਦੇ ਘਰ ਜਾਣਗੇ। ਹਾੜੀ ਸੌਣੀ ਉਹਨਾਂ ਦੇ ਕੋਲੋਂ ਉਹਨਾਂ ਦੀ ਕੀਤੀ ਹੋਈ ਮਿਹਨਤ ਦੇ ਵਿੱਚੋਂ ਸਾਧ ਸੰਗਤ ਜੀ ਇਕੱਠਾ ਕੀਤਾ ਹੋਇਆ ਲਿਆਉਂਦੇ ਭਰ ਕੇ, ਇਹ ਫਿਰ ਬੋਰੀਆਂ ਦੀਆਂ ਬੋਰੀਆਂ, ਡਰਮਾਂ ਦੇ ਡਰਮ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਫਸਲ ਅਹਾੜੀ, ਹਾੜੀ ਸਾਡੇ ਲਈ ਤੇ ਭਾਈ ਹਾੜੀ ਦੀ ਫਸਲ ਇੱਕ ਨਾਮ ਹੀ ਹੈ ਵਾਹਿਗੁਰੂ ਦਾ। ਫਸਲ ਅਹਾੜੀ ਏਕ ਨਾਮ, ਸਾਵਣੀ ਸਚ ਨਾਉ। ਸੌਣੀ ਦੀ ਫਸਲ ਵੀ ਸਾਡੇ ਲਈ ਤੇ ਪ੍ਰਮਾਤਮਾ ਦਾ ਨਾਮ ਹੈ। ਵਾਹਿਗੁਰੂ ਦਾ ਨਾਮ ਸਾਡੇ ਲਈ ਹਾੜੀ, ਸਾਡੇ ਲਈ ਸੌਣੀ, ਸਾਡੀ ਖੁਰਾਕ, ਸਾਡੀ ਫਸਲ ਪ੍ਰਮਾਤਮਾ ਦਾ ਨਾਮ ਹੈ। ਹਾੜ ਦੇ ਮਹੀਨੇ ਵੀ ਪ੍ਰਮਾਤਮਾ ਦਾ ਨਾਮ, ਸਾਉਣ ਦੇ ਮਹੀਨੇ ਜਾਂ ਸਾਵਣੀ ਸਾਉਣ ਲੱਗਿਆ ਵੀ ਪ੍ਰਮਾਤਮਾ ਦਾ ਨਾਮ ਜਪਣਾ, ਦਿਨ ਵੇਲੇ ਵੀ ਨਾਮ ਜਪਣਾ। ਹਾੜੀ ਸੌਣੀ ਹਮੇਸ਼ਾ ਹੀ ਪ੍ਰਮਾਤਮਾ ਦਾ ਨਾਮ ਅਸਲ ਸੱਚੀ ਫਸਲ ਹੈ। ਗੁਰਮੁਖੋ ਮੈਂ ਮਹਿਦੂਦ ਲਿਖਾਇਆ ਖਸਮੈ ਕੈ ਦਰ ਜਾਏ। ਮਹਿਦੂਦ ਕਹਿੰਦੇ ਪਟੇ ਨੂੰ, ਉਹ ਪਟਾ ਹੁੰਦਾ ਸਾਧ ਸੰਗਤ, ਲਿਖਾਇਆ ਜਾਂਦਾ ਹੈ। ਜਿਹੜੇ ਪਟੇ ਦੀ ਫਿਰ ਟੈਕਸ ਟੁਕਸ ਨਹੀਂ ਦੇਣਾ ਪੈਂਦਾ, ਬੰਦਾ ਲਿਖਵਾ ਲੈਂਦਾ, ਬਾਦਸ਼ਾਹ ਤੋਂ ਮਿਲਦਾ। ਗੁਰੂ ਜੀ ਕਹਿੰਦੇ ਅਸੀਂ ਤੇ ਬਖਸ਼ਿਸ਼ ਰੂਪੀ ਪਟਾ ਖਸਮ ਪ੍ਰਮਾਤਮਾ ਦੇ ਦਰ ਜਣੀ ਸਾਧ ਸੰਗਤ 'ਤੇ ਜਾ ਕੇ ਬਖਸ਼ਿਸ਼ ਦਾ ਪਟਾ ਲਿਖਵਾ ਲਿਆ। ਦੁਨੀਆ ਦੇ ਕਿਸੇ ਬਾਦਸ਼ਾਹ ਦੇ ਕੋਲੋਂ ਸਾਨੂੰ ਕੋਈ ਝਾਕ ਨਹੀਂ ਹੈ। ਦੁਨੀਆ ਕੇ ਦਰ ਕੇਤੜੇ ਕੇਤੇ ਆਵਹਿ ਜਾਹੇ। ਦੁਨੀਆ ਦੇ ਵਿੱਚ ਬਥੇਰੇ ਰਾਜੇ ਆ, ਬਥੇਰੇ ਦਰਵਾਜ਼ੇ ਆ ਉਹਨਾਂ ਦੇ ਵੱਡੇ ਵੱਡੇ, ਕਿੰਨੇ ਹੀ ਉੱਥੇ ਫਕੀਰ ਮੰਗਤੇ ਬਣ ਕੇ ਖੜ੍ਹੇ ਆ। ਫਕੀਰ ਕੋਈ ਮੰਗਤਾ ਹੁੰਦਾ ਕਿਸੇ ਦਾ? ਪਰ ਇਹ ਰਾਜਿਆਂ ਦੇ ਦਰਵਾਜ਼ਿਆਂ 'ਤੇ ਝੋਲੀਆਂ ਅੱਡੀ ਖੜ੍ਹੇ ਹੁੰਦੇ ਹਨ। ਭਾਈ ਇਹ ਜਿੰਨੇ ਵੀ ਹਨ, ਇਹ ਦੁਨੀਆ ਕੇ ਦਰ ਦਰਵਾਜ਼ੇ, ਦੁਨੀਆ ਦੇ ਦਰਵਾਜ਼ਿਆਂ 'ਤੇ ਜਾ ਕੇ ਖੜ੍ਹਦੇ ਹਨ, ਆਉਂਦੇ ਆ ਜਾਂਦੇ ਹਨ। ਔਰ ਮਹਾਰਾਜ ਕਹਿੰਦੇ ਇਹ ਮੰਗਤੇ ਹੀ ਹੈ। ਅਸੀਂ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਮੰਗਣਾ ਜਿਹੜਾ ਸਭ ਦਾ ਦਾਤਾ। ਦੁਨੀਆ ਦੇ ਦਰਾਂ ਤੋਂ, ਕਿਸੇ ਦੇਵੀ ਦੇਵਤੇ, ਰਾਜੇ ਰਜਵਾੜੇ, ਅਮੀਰ ਵਜ਼ੀਰ ਦੇ ਦਰ ਤੋਂ ਨਹੀਂ ਮੰਗਣਾ, ਕਿਸੇ ਤੋਂ ਝੋਲੀ ਨਹੀਂ ਅੱਡਣੀ। ਇਤਿਹਾਸ ਗਵਾਹ ਹੈ। ਫਿਰ ਗੁਰੂ ਸਾਹਿਬ ਨੇ, ਅਕਬਰ ਆ ਗਿਆ ਗੁਰੂ ਮਹਾਰਾਜ ਜੀ ਕੋਲ, ਗੁਰੂ ਅਮਰਦਾਸ ਜੀ ਕੋਲ, ਕਹਿੰਦਾ ਜੀ ਤੁਹਾਡੇ ਨਾਮ ਪਟਾ ਕਰਨਾ। ਮਹਾਰਾਜ ਕਹਿੰਦੇ ਨਾ, ਬਿਲਕੁਲ ਹੀ ਨਹੀਂ, ਲੈਣਾ ਹੀ ਨਹੀਂ। ਕਹਿੰਦਾ ਜੀ ਲੰਗਰ ਮੇਰੇ ਨਾਂ ਦਾ ਚਲਾ ਲਓ। ਮਹਾਰਾਜ ਕਹਿੰਦੇ ਨਾ, ਲੰਗਰ ਵੀ ਤੇਰੇ ਨਾਂ ਦਾ ਨਹੀਂ ਚੱਲ ਸਕਦਾ। ਇਹ ਤੇ ਤਿਲ ਫੁੱਲ ਭੇਟਾ ਨਾਲ ਸੰਗਤ ਦੀ ਨਾਲ ਚੱਲੇ, ਕਿਸੇ ਇੱਕ ਬੰਦੇ ਦੀ ਨਾਲ ਨਹੀਂ। ਉਹ ਇੰਨੀ ਜ਼ਮੀਨ ਜਾਇਦਾਦ ਮਹਾਰਾਜ ਦੇ ਨਾਂ ਕਰਾਉਣੀ ਚਾਹੁੰਦਾ ਸੀ, ਲੰਗਰ ਦੇ ਨਾਂ ਕਰਾਉਣੀ ਚਾਹੁੰਦਾ ਸੀ। ਮਹਾਰਾਜ ਕਹਿੰਦੇ ਵੀ ਨਾ ਤੇ ਅਸੀਂ ਕਿਸੇ ਦੇ ਇੱਦਾਂ ਦੇਣਦਾਰ ਹੋ ਸਕਦੇ ਹਾਂ, ਨਾ ਗੁਰੂ ਕਾ ਲੰਗਰ। ਉਹ ਬਾਅਦ ਵਿੱਚ ਫਿਰ ਗੁਰੂ ਸਾਹਿਬ ਦੀ ਪੁੱਤਰੀ ਬੀਬੀ ਭਾਨੀ ਦੇ ਨਾਂ ਧੱਕੇ ਨਾਲ ਪਟਾ ਕਰਵਾ ਕੇ ਭੇਜਿਆ ਉਹਨੇ। ਮਹਾਰਾਜ ਨੇ ਬਿਲਕੁਲ ਕਬੂਲ ਨਹੀਂ ਕੀਤਾ, ਗੁਰੂ ਪਾਤਸ਼ਾਹ ਜੀ ਨੇ।
ਇਉਂ ਗੁਰੂ ਪਾਤਸ਼ਾਹ ਗੁਰੂ ਨਾਨਕ ਦੇਵ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਬਿਲਕੁਲ ਇਹਨਾਂ ਚੀਜ਼ਾਂ ਦੇ, ਕਿਸੇ ਬਾਦਸ਼ਾਹ ਕਿਸੇ ਰਾਜੇ ਦੀ ਖੈਰਾਤ ਉਹਦੇ ਦਰਵਾਜ਼ੇ ਤੋਂ ਜਾ ਕੇ ਮੰਗਣਾ ਇਹ ਬਿਲਕੁਲ ਵਾਜਬ ਨਹੀਂ ਸੀ ਸਮਝਦੇ, ਔਰ ਨਾ ਕਦੇ ਐਸਾ ਹੋਇਆ। ਰਾਜੇ ਮਹਾਰਾਜੇ ਗੁਰੂ ਘਰੋਂ ਮੰਗਣ ਆਉਂਦੇ ਰਹੇ। ਬਾਬਰ ਨੇ ਗੁਰੂ ਨਾਨਕ ਸਾਹਿਬ ਅੱਗੇ ਸਿਰ ਝੁਕਾਇਆ, ਹਮਾਯੂ ਬਾਦਸ਼ਾਹ ਗੁਰੂ ਅੰਗਦ ਦੇਵ ਸਾਹਿਬ ਕੋਲ ਆਇਆ, ਅਕਬਰ ਬਾਦਸ਼ਾਹ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਕਰਨ ਲਈ ਆਇਆ, ਸਿਰ ਝੁਕਾਇਆ ਮਹਾਰਾਜ ਦੇ ਅੱਗੇ। ਫਿਰ ਜਹਾਂਗੀਰ ਬਾਦਸ਼ਾਹ, ਅਕਬਰ ਬਾਦਸ਼ਾਹ ਤੀਜੇ ਪਾਤਸ਼ਾਹ, ਚੌਥੇ ਪਾਤਸ਼ਾਹ ਦੇ ਸਮੇਂ ਤੱਕ ਰਿਹਾ, ਪੰਚਮ ਪਾਤਸ਼ਾਹ ਦੇ ਸਮੇਂ ਤੱਕ ਵੀ ਰਿਹਾ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਫਿਰ ਜਹਾਂਗੀਰ ਬਾਦਸ਼ਾਹ ਦੇ 7 ਮਹੀਨੇ ਰਾਜਾ ਬਣਨ ਤੱਕ ਰਹੇ। 7 ਮਹੀਨਿਆਂ ਬਾਅਦ ਉਹਨੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਹੀਦ ਕਰਵਾ ਦਿੱਤਾ ਸੀ। ਜਹਾਂਗੀਰ ਫਿਰ 6ਵੇਂ ਪਾਤਸ਼ਾਹ ਦੇ ਦਰ 'ਤੇ ਡਿੱਗਿਆ ਆ ਕੇ। ਇਸ ਤਰੀਕੇ ਸਾਧ ਸੰਗਤ ਜੀ ਇਹ ਰਾਜੇ ਮਹਾਰਾਜੇ ਸਭ ਗੁਰੂ ਮਹਾਰਾਜ ਜੀ ਦੇ ਅੱਗੇ ਝੁਕਦੇ। ਔਰੰਗਜ਼ੇਬ ਵੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਕਹਿੰਦਾ ਸੀ ਦਿਖਾ ਦਿਓ ਕੋਈ ਤਾਕਤ। ਗੁਰੂ 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦਾ ਸੀ, ਮਹਾਰਾਜ ਨੇ ਦਰਸ਼ਨ ਵੀ ਨਾ ਦਿੱਤੇ। ਮਹਾਰਾਜ ਕਹਿੰਦੇ ਨਾ ਇਹਨੂੰ ਮੱਥੇ ਹੀ ਨਹੀਂ ਲਾਉਣਾ। ਕਹਿ ਗਏ ਸਨ 7ਵੇਂ ਪਾਤਸ਼ਾਹ, ਕਹਿੰਦੇ ਇਹਨੂੰ ਮੱਥੇ ਨਹੀਂ ਲਾਉਣਾ ਭਾਈ, ਲਾਇਆ ਹੀ ਨਹੀਂ। 7ਵੇਂ ਪਾਤਸ਼ਾਹ ਨੂੰ 6ਵੇਂ ਪਾਤਸ਼ਾਹ ਕਹਿ ਕੇ ਇਹਨੂੰ ਮੱਥੇ ਨਹੀਂ ਲਾਉਣਾ ਔਰੰਗਜ਼ੇਬ। ਤਾਂ ਇਸ ਤਰੀਕੇ ਐਡੇ ਐਡੇ ਬਾਦਸ਼ਾਹ ਰਾਜੇ ਮਹਾਰਾਜੇ ਜਿਹੜੇ ਗੁਰੂ ਦਰ ਦੇ ਉੱਤੇ ਸੇਵਾ ਕਰਨ ਨੂੰ ਵੀ ਤਿਆਰ ਸੀ ਅਤੇ ਮੰਗਣ ਵਾਲਿਆਂ ਦੀ ਤਾਂ ਗੱਲੇ ਛੱਡ ਦਿਓ। ਵੱਡੇ ਵੱਡੇ ਜਿਹੜੇ ਸ਼ਰਧਾ ਵਾਲੇ ਸਿੱਖ ਸੀ ਉਹਨਾਂ ਨੂੰ ਮਿਲਿਆ ਵੀ। ਰਾਜਾ ਰਤਨ ਰਾਏ, ਰਾਜਾ ਰਾਮ ਰਾਏ ਆਉਂਦੇ ਰਹੇ, ਗੁਰੂ ਜੀ ਉਹਨਾਂ ਨੂੰ ਬਖਸ਼ਿਸ਼ਾਂ ਕਰਦੇ ਰਹੇ, ਹੋਰ ਬਹੁਤ ਸਾਰੇ ਰਾਜੇ। ਪਰ ਕੋਈ ਰਾਜੇ ਮਜਾਲ ਹੈ ਕੋਈ ਕਹਿ ਦੇਵੇ ਵੀ ਗੁਰੂ ਘਰ ਨੇ ਕਿਸੇ ਤੋਂ ਕੁਝ ਮੰਗਿਆ ਹੋਵੇ। ਗੁਰੂ ਘਰ ਨਹੀਂ ਮੰਗਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਕਹਿੰਦੇ ਦੁਨੀਆ ਕੇ ਦਰ ਕੇਤੜੇ ਕੇਤੇ ਆਵੇ ਜਾਹੇ। ਕਿੰਨੇ ਹੀ ਦਰ ਹਨ ਦੁਨੀਆ ਦੇ ਦਰਵਾਜ਼ੇ, ਕਿੰਨੇ ਹੀ ਲੋਕ ਉੱਥੇ ਆਉਂਦੇ ਜਾਂਦੇ ਹਨ। ਕੇਤੇ ਮੰਗੈ ਮੰਗ ਤੇ ਕੇਤੇ ਮੰਗ ਮੰਗ ਜਾਹੇ। ਪਰ ਅਸਲ ਦਰਵਾਜ਼ਾ ਤੇ ਪ੍ਰਮਾਤਮਾ ਦਾ ਦਰ ਹੈ ਭਾਈ, ਜਿਹੜੇ ਦਰ ਤੋਂ ਕਿੰਨੇ ਹੀ ਮੰਗਤੇ ਮੰਗਦੇ ਆ ਅਤੇ ਮੰਗ ਜਾਈ ਜਾਂਦੇ। ਅਤੇ ਕਦੇ ਜਿਹਦੇ ਦਰੋਂ ਜਿਹਦੇ ਘਰੋਂ ਕਦੇ ਕੁਝ ਮੁੱਕਿਆ ਨਹੀਂ। ਸਾਧ ਸੰਗਤ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਸਮਝਾ ਰਹੇ 100 ਮਣ ਹਸਤੀ ਘਿਓ ਗੁੜ ਖਾਵੈ 5 ਸੈ ਦਾਣਾ ਖਾਏ। ਗੁਰੂ ਪਾਤਸ਼ਾਹ ਜੀ ਹੁਣ ਇੱਥੇ ਵੱਡੇ ਵੱਡੇ ਬੰਦਿਆਂ ਦੀਆਂ ਵਡਿਆਈਆਂ ਜਿਹੜਿਆਂ ਦੀਆਂ ਹਨ ਉਹਨਾਂ ਦੀ ਗੱਲ ਕਰਦੇ। ਦੂਜੇ ਪਾਸੇ ਉਹਦੇ ਟਾਕਰੇ ਵਿੱਚ ਛੋਟੀ ਹਸਤੀ ਵਾਲੇ, ਛੋਟੇ ਸਰੀਰ ਵਾਲੇ, ਛੋਟੀ ਖੁਰਾਕ ਵਾਲੇ ਬੰਦਿਆਂ ਦੀ ਗੱਲ ਕਰਦੇ। ਪਰ ਇੱਥੇ ਟਾਕਰੇ ਵਿੱਚ ਦੱਸਣਗੇ ਫਿਰ ਕੀ ਹੋ ਗਿਆ, ਬਹੁਤ ਵੱਡਾ ਹੋ ਗਿਆ, ਬਾਹਰੀ ਆਕਾਰ ਵੱਡਾ ਹੋ ਗਿਆ, ਬਾਹਰੀ ਪਦਾਰਥਾਂ ਦੀ ਭਰਮਾਰ ਹੋ ਗਈ, ਸਰੀਰਕ ਤੌਰ 'ਤੇ ਬਲ ਵਾਲਾ ਹੋ ਗਿਆ। ਪਰ ਜੇ ਪ੍ਰਮਾਤਮਾ ਨੂੰ ਭੁੱਲ ਬੈਠਾ ਇਹ ਵੱਡੀਆਂ ਵੱਡੀਆਂ ਬਾਦਸ਼ਾਹ ਤਾਂ ਕਿਸੇ ਕੰਮ ਨਹੀਂ। ਮਹਾਰਾਜ ਕਹਿੰਦੇ ਹੁਣ ਉਦਾਹਰਨ ਦੇ ਰਹੇ ਹਾਥੀ ਦੀ, ਕਹਿੰਦੇ 100 ਮਣ ਹਸਤੀ ਘਿਓ ਗੁੜ ਖਾਵੈ। ਹਾਥੀ ਸਾਲ ਦੇ ਵਿੱਚ ਸੈਂਕੜੇ ਮਣ ਘਿਓ ਅਤੇ ਗੁੜ ਖਾ ਜਾਂਦਾ। ਉਹਨੂੰ ਘਿਓ ਗੁੜ ਰਲਾ ਕੇ ਨਿਹਾਰੀ ਦਿੰਦੇ ਆ। 100 ਮਣ ਹਸਤੀ ਘਿਓ ਗੁੜ ਖਾਵੈ 5 ਸੈ ਦਾਣਾ ਖਾਏ। ਲਗਭਗ 500 ਮਣ ਦਾਣਾ ਖਾ ਜਾਂਦਾ ਹਾਥੀ ਸਾਲ ਦੇ ਵਿੱਚ। ਜਾਂ ਇਉਂ ਵੀ ਮਹਾਤਮਾ ਜਨ ਇਹਦੇ ਕਰਦੇ ਆ 100 ਮਣ ਜਾਣੀ 1.25 ਮਣ। 100 ਮਣ ਹਸਤੀ ਘਿਓ ਗੁੜ ਖਾਵੈ, ਰੋਜ਼ 1.25 ਮਣ ਹਾਥੀ ਨੂੰ ਘਿਓ ਪਾ ਦਿਓ, ਗੁੜ ਪਾ ਦਿਓ ਰਲਾ ਕੇ। 5 ਸੈ ਦਾਣਾ ਖਾਏ, 5.25 ਮਣ ਦਾਣੇ ਪਾ ਦਿਓ, ਖਾ ਜੂਗਾ। ਇੰਨੀ ਖੁਰਾਕ ਹੈ ਉਹਦੀ। ਡੱਕੈ ਫੂਕੈ ਖੇ ਉਡਾਵੈ, ਡੱਕ ਜਾਂਦਾ, ਰੱਜ ਜਾਂਦਾ, ਡਕਾਰਾਂ ਲੈਂਦਾ, ਫੂਕੈ ਫੁੰਕਾਰੇ ਮਾਰਦਾ, ਖੇ ਉਡਾਵੈ ਸੁੰਡ ਨਾਲ ਚੁੱਕ ਕੇ ਖੇ ਮਿੱਟੀ ਸਿਰ 'ਚ ਪਾਉਂਦਾ ਹੈ। ਸਾਹੇ ਗਿਆ ਪਛਤਾਏ, ਸਾਹ ਜਾਂਦੇ ਜਦੋਂ ਮਰ ਜਾਂਦਾ ਪਛਤਾਵਾ ਹੀ ਹੁੰਦਾ, ਕੀ ਲੈ ਗਿਆ, ਕੁਛ ਵੀ ਨਹੀਂ। ਇਸੇ ਤਰ੍ਹਾਂ
ਕੋਈ ਬੰਦਾ ਹਾਥੀ ਦੀ ਤਰ੍ਹਾਂ ਬਹੁਤ ਵੱਡਾ ਬਾਦਸ਼ਾਹ ਬਣ ਜਾਵੇ, 100 ਮਣ ਖੁਰਾਕ ਹੋਵੇ। ਦੇਖਿਆ ਵੱਡੀਆਂ ਵੱਡੀਆਂ ਪਾਰਟੀਆਂ ਬਣਦੀਆਂ, ਸਵਾ ਮਣ ਰੋਟੀਆਂ ਬਣਦੀਆਂ, ਪਤਲੀਆਂ ਰਮਾਲੀਆਂ ਨੇ ਉਹ, ਇਹ ਤੰਦੂਰੀ ਨੇ ਉਹ, ਇਹ ਪਾਣੀ ਵਾਲੀਆਂ ਨੇ, 3600 ਤਰ੍ਹਾਂ ਦੀਆਂ ਨੇ, ਖਾਂਦੇ ਆ। 500 ਤਰ੍ਹਾਂ ਦੀਆਂ ਉੱਥੇ ਤਰ੍ਹਾਂ ਦੀਆਂ ਚੀਜ਼ਾਂ ਬਣਦੀਆਂ ਨੇ, ਡੱਕ ਲੈਂਦੇ ਆ, ਫੁੰਕਾਰੇ ਮਾਰਦੇ ਆ, ਫਿਰ ਖੇ ਉਡਾਉਂਦੇ ਆ, ਹੱਸਦੇ ਆ, ਸ਼ਰਾਬਾਂ ਪੀ ਪੀ ਕੇ ਮੁੱਧੇ ਮੂੰਹ ਡਿੱਗਦੇ ਆ, ਇੱਕ ਦੂਜੇ ਨੂੰ ਗਾਲਾਂ ਕੱਢਦੇ ਆ। ਮਹਾਰਾਜ ਕਹਿੰਦੇ ਆਹੀ ਕੁਛ ਹੈ। ਸਾਹੇ ਗਿਆ ਪਛਤਾਏ, ਜਦੋਂ ਮਰਨਾ ਤੇ ਪਛਤਾਵਾ ਹੀ ਰਹਿਣਾ ਪੱਲੇ। ਵੱਡੀਆਂ ਵੱਡੀਆਂ ਪਾਰਟੀਆਂ ਕੁਛ ਨਹੀਂ ਕੰਮ ਆਉਣ ਵਾਲੀ। ਭਾਈ ਯਾਦ ਰੱਖਿਓ, ਅੰਧੀ ਫੂਕ ਮੋਈ ਦੇਵਾਨੀ। ਮਹਾਰਾਜ ਕਹਿੰਦੇ ਦੁਨੀਆ ਅੰਨੀ ਹੈ ਭਾਈ, ਅਗਿਆਨਤਾ ਦੇ ਵਿੱਚ ਸੜ ਰਹੀ ਹੈ, ਫੁੱਕ ਰਹੀ ਹੈ। ਮੂਈ ਮਰ ਜਾਏਗੀ, ਇੱਦਾਂ ਦੀਵਾਨੀ ਝੱਲੀ ਹੋਈ ਫਿਰਦੀ ਹੈ ਦੁਨੀਆ। ਇਹ ਦੁਨੀਆ ਨੂੰ ਇਹ ਨਹੀਂ ਪਤਾ ਅੰਧੀ ਫੂਕ ਮੂਈ ਦੇਵਾਨੀ, ਇਹ ਕਮਲੀ ਹੋਈ ਫਿਰਦੀ ਹੈ ਦੁਨੀਆ। ਅਗਿਆਨਤਾ ਦੇ ਫੂਕ ਹਵਾ ਦੇ ਵਿੱਚ ਮੂਈ ਮਰ ਰਹੀ ਹੈ ਭਾਈ। ਖਸਮ ਮਿੱਟੀ ਫਿਰ ਭਾਨੀ, ਖਸਮ ਅਕਾਲ ਪੁਰਖ ਨੂੰ ਤਾਂ ਫੇਰ ਇਹ ਪਾਉਂਦੀ ਹੈ ਜੀਵ ਇਸਤਰੀ, ਜਦੋਂ ਮਿੱਟੀ ਆਪਣੀ ਆਪਾ ਮਿਟਾਉਂਦੀ ਹੈ। ਜਦੋਂ ਆਪ ਮਿਟਾ ਕੇ ਗੁਰੂ ਅੱਗੇ ਆਹ ਸਭ ਕੁਝ ਜਿਹੜਾ ਐਡਾ ਫੈਲ ਫੱਕੜਾ ਡੰਬਰ ਹੈ ਨਾ, ਇਹਦਾ ਮਾਣ ਛੱਡ ਕੇ ਆਖੇ ਮੈਂ ਕੁਛ ਨਹੀਂ, ਮੈਂ ਨਾਹੀਂ ਕਛ ਹਉ ਨਹੀਂ ਕਿਛ ਆਹੇ ਨਾ ਮੋਰਾ, ਅਵਸਰ ਲੱਜਾ ਰਾਖ ਲਿਹੋ ਸਦ ਨਾ ਜਨ ਤੋਰਾ, ਫਿਰ ਉਹਨੂੰ ਪਾਉਂਦੀ ਹੈ। ਅਤੇ ਬਾਕੀ ਦਾ ਜੇ ਕੋਈ ਵੱਡਾ ਬਣੇ ਤਾਂ ਉਹਦਾ ਗੁਰੂ ਘਰ ਨੂੰ ਜਾਂ ਗੁਰੂ ਨੂੰ ਕੋਈ ਉਹਦੀ ਵਡਿਆਈ ਦਾ ਕੋਈ ਭਾਅ ਨਹੀਂ, ਕੋਈ ਲੇਸ ਨਹੀਂ। ਗੁਰੂ ਘਰ ਦੇ ਅੰਦਰ ਤੇ ਗੁਰਮੁਖ ਹ੍ਰਿਦਾ ਗਰੀਬੀ ਆਵੇ, ਨਿਮਰਤਾ ਨਿਮਾਣਾਪਣ ਪਸੰਦ ਹੈ, ਕੋਈ ਉਹਦੀ ਵਡਿਆਈ ਨਹੀਂ। ਅੱਧ ਗੁੱਲਾ ਚਿੜੀ ਕਾ ਚੁਗਣ, ਚਿੜੀ ਹੁੰਦੀ ਜਿਹੜੀ ਵਿਚਾਰੀ ਕਿੰਨਾ ਕੁ ਖਾਂਦੀ ਹੈ, ਅੱਧਾ ਕੁ ਦਾਣਾ। ਮੱਕੀ ਦਾ ਦਾਣਾ ਲੈ ਲਓ ਜਾਂ ਗੁੱਲਾ ਕਹਿ ਲਓ, ਗੁੱਲਾ ਰੋਟੀ ਨੂੰ ਵੀ ਕਹਿ ਦਿੰਦੇ, ਕੁੱਲੀ ਗੁੱਲੀ ਜੁੱਲੀ, ਥੋੜ੍ਹਾ ਜਿਹਾ ਅਨਾਜ ਜਾਂ ਇੱਕ ਛੱਲੀ ਲੈ ਲਓ, ਥੋੜ੍ਹਾ ਜਿਹਾ, ਅੱਧਾ ਕੁ ਖਾ ਲੂਗੀ ਵਿਚਾਰੀ, ਕਿੰਨਾ ਖਾ ਲੂਗੀ? ਇੱਕ ਦਾਣਾ, ਅੱਧੀ ਛੱਲੀ ਜਾਂ ਅੱਧੀ ਰੋਟੀ ਖਾ ਲਏਗੀ ਉਹ ਚਿੜੀ। ਅੱਧ ਗੁੱਲਾ ਚਿੜੀ ਕਾ ਚੁੱਗਣ, ਉਹ ਚਿੜੀ ਦਾ ਚੋਗ, ਕਈ ਚਿੜੀਆਂ ਐਸੀਆਂ ਜਮਾਂ ਹੀ ਛੋਟੀਆਂ ਛੋਟੀਆਂ ਜਿਹੀਆਂ ਵਿਚਾਰੀਆਂ, ਅੱਧਾ ਕੁ ਦਾਣਾ ਖਾਂਦੀਆਂ। ਗੈਣ ਚੜ੍ਹੀ ਬਿਲ ਲਾਏ, ਪਰ ਗੈਣ ਅਸਮਾਨ ਨੂੰ ਚੜ੍ਹਦੀ ਹੈ, ਖਾ ਕੇ ਥੋੜ੍ਹੀ ਜਿਹੀ ਖੁਰਾਕ ਉਹਦੀ ਅਸਮਾਨ ਨੂੰ ਚੜ੍ਹਦੀ। ਖਸਮੈ ਭਾਵੈ ਉਹਾ ਚੰਗੀ, ਜੇ ਕਰੇ ਖੁਦਾਏ ਖੁਦਾਏ। ਗੁਰੂ ਜੀ ਕਹਿੰਦੇ ਉਹ ਹਾਥੀ ਨਾਲੋਂ ਉਹ ਚਿੜੀ ਚੰਗੀ ਹੈ, ਜਿਹੜੀ ਅਸਮਾਨ 'ਚ ਚੜ੍ਹ ਕੇ ਖੁਦਾ ਨੂੰ ਯਾਦ ਕਰੇ, ਰੱਬ ਨੂੰ ਯਾਦ ਕਰੇ। ਫਰੀਦਾ ਹਉ ਬਲਿਹਾਰੀ ਤਿੰਨ ਪੰਖੀਆਂ, ਜੰਗਲ ਜਿੰਨਾ ਵਾਸ, ਕੱਕਰ ਚੁਗਨ ਥਲ ਵਸਨ, ਰੱਬ ਨਾ ਛੋਡਣ ਪਾਸ। ਹੁਣ ਇਹਦਾ ਦ੍ਰਿਸ਼ਟਾਂਤ ਇਸ ਤਰ੍ਹਾਂ ਹੈ। ਮਹਾਰਾਜ ਕਹਿੰਦੇ ਉਹ ਮਹਾਤਮਾ ਰੂਪ ਗੁਰੂ ਕੇ ਸਿੱਖ ਗੁਰਮੁਖਾਂ ਦਾ ਅੱਧਾ ਗੁੱਲਾ, ਭਾਵ ਸਰੀਰ ਨੂੰ ਅੱਧਾ ਊਣਾ ਰੱਖਦੇ ਆ। ਉਹ ਇਉਂ ਨਹੀਂ ਵੀ ਆ ਰੱਜ ਕੇ ਢਿੱਡ ਦੇ ਉੱਤੇ ਹੱਥ ਪਲੋਸ ਲਿਆ ਅਤੇ ਚੱਕਿਆ ਨਾ ਜਾਵੇ, ਦੋ ਜਣੇ ਉਹਦੇ ਮੋਢਿਆਂ ਨੂੰ ਹੱਥ ਲਾ ਲਿਜਾਂਦੇ ਆ, ਮੰਜੇ 'ਤੇ ਸੁੱਟਦੇ ਆ, ਇੱਦਾਂ ਦੀ ਨਹੀਂ। ਖਾਲੀ ਭਾਵ ਸਬਰ ਨਾਲ ਛਕਣਾ, ਉਹ ਚਿੜੀਆਂ ਰੂਪ ਮਹਾਤਮਾ ਦਾ ਖਾਣਾ। ਅਤੇ ਗੈਣ ਚੜ੍ਹੀ ਬਿਲ ਲਾਏ, ਗੈਣ ਚਿਦਾ ਆਕਾਸ, ਅਸਮਾਨੇ ਸੁਰਤ ਨੂੰ ਪਰਮਾਤਮਾ ਨਾਲ ਜੋੜਦੇ ਹਨ, ਅਤੇ ਉੱਥੇ ਬਿਲ ਲਾਏ ਬੋਲਦੇ ਪਰਮਾਤਮਾ ਦੀ ਸਿਫਤ ਅਤੇ ਬੋਲ। ਖਸਮ ਹੈ ਭਾਵੈ ਉਹਾ ਚੰਗੀ, ਖਸਮ ਨੂੰ ਜੇ ਭਾ ਜਾਏ ਉਹ ਜੀਵ ਇਸਤਰੀ, ਮਹਾਰਾਜ ਕਹਿੰਦੇ ਮਹਾਤਮਾ ਰੂਪ ਚਿੜੀ ਉਹ ਚੰਗੀ ਹੈ। ਜੇ ਕਰੇ ਖੁਦਾਏ, ਜੇ ਖੁਦਾ ਕਰਦੀ ਹੈ। ਉਹ ਜਿਹੜੇ ਨਿੱਤ ਪਦਾਰਥਾਂ ਦੇ ਵਿੱਚ ਭਿੱਜੇ ਹੀ ਰਹਿੰਦੇ, ਪਦਾਰਥਾਂ ਦੀ ਭਰਮਾਰ, ਸਭ ਕੁਝ ਪਰਮਾਤਮਾ ਨੇ ਦਿੱਤਾ, ਪਰ ਪਰਮਾਤਮਾ ਨੂੰ ਭੁੱਲ ਬੈਠੇ। ਮਹਾਰਾਜ ਕਹਿੰਦੇ ਮਰ ਕੇ ਪਛਤਾਉਣਗੇ। ਅਤੇ ਦੂਜੇ ਪਾਸੇ ਉਹ ਚਿੜੀ ਦੀ ਤਰ੍ਹਾਂ ਬਿਲਕੁਲ ਗਰੀਬੀ ਵਾਲੇ ਜੀਵਨ ਵਾਲੇ, ਬਿਲਕੁਲ ਸਬਰ ਵਾਲੇ ਜੀਵਨ ਵਾਲੇ, ਜੇ ਪਰਮਾਤਮਾ ਨੂੰ ਯਾਦ ਕਰਦੇ ਅਤੇ ਉਹ ਚੰਗੇ ਹਨ। ਸਕਤਾ ਸੀਹੋ ਮਾਰੈ ਸੈ ਮਿਰਿਆ, ਸਭ ਪਿੱਛੇ ਪੈ ਖਾਏ। ਕਹਿੰਦੇ ਸਕਤਾ ਤਾਕਤ ਵਾਲਾ ਸ਼ੇਰ, ਸੀਹੋਂ ਸ਼ੇਰ ਮਾਰੇ ਸੈ ਮਿਰਿਆ। ਕਹਿੰਦੇ ਮਾਰਦਾ ਭਾਈ
ਆਪਣੇ ਜੀਵਨ ਦੇ ਵਿੱਚ ਸੈਂਕੜੇ ਮਿਰਗਾਂ ਨੂੰ ਮਾਰ ਲੈਂਦਾ। ਮਿਰਿਆ ਮਿਰਗ ਨੂੰ ਕਹਿੰਦੇ ਆ। ਸਭ ਪਿੱਛੇ ਪੈ ਖਾਏ, ਐਡਾ ਵੱਡਾ ਸ਼ੇਰ ਸੈਂਕੜੇ ਮਿਰਗਾਂ ਨੂੰ ਮਾਰ ਲੈਂਦਾ, ਉੱਤੋਂ ਤਾਜ਼ਾ ਤਾਜ਼ਾ ਆਪ ਖਾ ਜਾਂਦਾ, ਪਿੱਛੇ ਸੌਂ ਜਾਂਦਾ। ਫਿਰ ਪਿੱਛੇ ਗਿੱਦੜ ਤੇ ਆਦਿਕ, ਬਘਿਆੜ, ਚੀਤੇ ਤੇ ਆਦਿਕ ਉਹ ਪਿੱਛੋਂ ਖਾਂਦੇ ਆ ਹੋਰ ਬਚੇ ਹੋਏ ਮਾਸ ਨੂੰ। ਹੋਏ ਸਤਾਣਾ ਘੁਰੈ ਨਾ ਮਾਵੈ, ਸਾਹੇ ਗਿਆ ਪਛਤਾਏ। ਐਡੀ ਵੱਡੀ ਤਾਕਤ ਵਾਲਾ ਉਹ ਸ਼ੇਰ ਸੈਂਕੜੇ ਮਿਰਗਾਂ ਨੂੰ ਮਾਰ ਕੇ ਖਾ ਜਾਂਦਾ ਜੀਵਨ ਵਿੱਚ। ਉਹਦੇ ਪਿੱਛੇ ਹੋਰ ਵੀ ਕਈ ਸਾਰੇ ਪਸ਼ੂ ਜਾਨਵਰ ਉਹ ਮਾਸ ਨੂੰ ਖਾਂਦੇ ਆ। ਇੰਨੀ ਤਾਕਤ ਵਾਲਾ ਹੋ ਕੇ ਘੁਰੈ ਨਾ ਮਾਵੈ, ਆਪਣੇ ਘੁਰਨੇ 'ਚ ਨਹੀਂ ਵੜ ਪਾਉਂਦਾ, ਇੰਨੀ ਤਾਕਤ ਹੋ ਜਾਂਦੀ ਉਹਦੀ। ਐਡਾ ਖਾ ਪੀ ਕੇ ਇੰਨਾ ਆਫਰ ਜਾਂਦਾ ਹੈ। ਸਾਹੇ ਗਿਆ ਪਛਤਾਏ, ਮਹਾਰਾਜ ਕਹਿੰਦੇ ਅੰਤ ਨੂੰ ਜਦੋਂ ਮਰੂਗਾ ਪਛਤਾਵਾ ਹੀ ਹੈ ਭਾਈ। ਰਾਜੇ ਦੀ ਗੱਲ ਆ ਗਈ ਇੱਥੇ। ਰਾਜਾ ਹੋਵੇ, ਇੰਨੀ ਖੁਰਾਕ ਹੋਵੇ, ਇੰਨਾ ਕੁਝ ਖਾਣ ਪੀਣ ਨੂੰ ਹੋਵੇ। ਬੜੇ ਰਾਜੇ ਖੁਰਾਕਾਂ ਖਾਂਦੇ ਆ, ਸੋਨ ਭਸਮਾ, ਚਾਂਦੀ ਭਸਮਾ, ਹੋਰ ਪਤਾ ਨਹੀਂ ਕੀ ਬਣਾ ਬਣਾ ਕੇ ਖਾਂਦੇ ਆ। ਆਪ ਬਹੁਤ ਕੁਝ ਲੈਂਦੇ ਆ ਰਾਜੇ, ਲੋਕਾਂ ਦੇ ਕੋਲੋਂ ਟੈਕਸ ਵਸੂਲਦੇ ਆ, ਅਤੇ ਪਿੱਛੇ ਉਹਦੇ ਜਿਹੜੇ ਨੌਕਰ ਹੁੰਦੇ ਉਹ ਵੀ ਖਾ ਜਾਂਦੇ ਆ, ਲੋਕਾਂ ਨੂੰ ਉਹ ਵੀ ਨਹੀਂ ਛੱਡਦੇ। ਜਦੋਂ ਰਾਜੇ ਬੇਈਮਾਨ ਹੋ ਜਾਣ ਅਤੇ ਫਿਰ ਜਿਹੜੀ ਉਹਨਾਂ ਦੀ ਪਿੱਛੇ ਅਫਸਰਸ਼ਾਹੀ ਹੁੰਦੀ ਆ, ਉਹਨਾਂ ਨੇ ਬੇਈਮਾਨ ਹੋਣਾ ਹੀ ਹੁੰਦਾ। ਮਹਾਰਾਜਾ ਰਣਜੀਤ ਸਿੰਘ ਇੱਕ ਵਾਰੀ ਚਲੇ ਜਾ ਰਹੇ ਸਨ, ਰਸਤੇ ਤੋਂ ਬਾਗ ਸੀ ਬੜਾ ਸੋਹਣਾ। ਬਾਗ ਦੇ ਮਾਲਕ ਨੂੰ ਬੁਲਾਇਆ, ਕਹਿੰਦੇ ਭਾਈ ਆਹ ਥੋੜ੍ਹੇ ਜਿਹੇ ਸਾਨੂੰ ਕਿੰਨੂ ਦੇ ਦੇ, ਕੀ ਰੇਟ ਲਾਏ? ਉਹ ਕਹਿੰਦਾ ਨਹੀਂ ਮਹਾਰਾਜ ਤੁਹਾਡਾ ਹੀ ਤਾਂ ਹੈ। ਕਹਿੰਦੇ ਨਾ ਭਾਈ ਦੇ, ਕਿੰਨੇ ਦਾ ਹੈ? ਮੁੱਲ ਲਏ ਥੋੜ੍ਹੇ ਜਿਹੇ ਜਿੰਨੇ ਲੈਣੇ ਸੀ। ਅਤੇ ਫਿਰ ਪੁੱਛਿਆ ਕਿਸੇ ਨੇ, ਮਹਾਰਾਜਾ ਸਾਹਿਬ ਤੁਸੀਂ, ਤੁਹਾਨੂੰ ਮੁੱਲ ਲੈਣ ਦੀ ਕੀ ਲੋੜ ਸੀ? ਕਹਿੰਦੇ ਭਾਈ ਜੇ ਮੈਂ ਅੱਜ ਫਰੀ ਲੈ ਲੈਂਦਾ, ਮੇਰੇ ਨਾਲ ਦਿਆਂ ਨੇ, ਪਿੱਛੇ ਵਾਲਿਆਂ ਨੇ ਇਹਦੇ ਪੱਤੇ ਵੀ ਨਹੀਂ ਛੱਡਣੇ ਸੀ। ਇਸ ਲਈ ਇਹਨਾਂ ਨੂੰ ਸਬਕ ਮਿਲ ਗਿਆ ਕਿ ਰਾਜਾ ਵੀ ਮੁੱਲ ਲੈ ਕੇ ਖਾਂਦਾ। ਭਾਈ ਜਿਹੜੇ ਅਹਿਲਕਾਰ ਨੇ ਉਹ ਵੀ ਆਪਣੇ ਪੱਲੋਂ ਦੇਣ, ਉਹਨਾਂ ਨੂੰ ਤਨਖਾਹ ਮਿਲਦੀ, ਇਸ ਕਰਕੇ ਹੀ ਮਿਲਦੀ ਹੈ। ਜੇ ਹੁਣ ਦੇਖੋ ਸਾਰੇ ਦੇਸ਼ਾਂ ਵਿਦੇਸ਼ਾਂ ਦਾ ਹਾਲ ਕੀ ਹੋਇਆ ਪਿਆ। ਉਹਦੇ ਪਿੱਛੇ ਜਿਹੜੇ ਰਾਜੇ ਨੇ, ਜਿਹੜੇ ਆਗੂ ਨੇ, ਉਹਨਾਂ ਦੀ ਬੇਸਬਰੀ ਹੈ ਭਾਈ। ਅਤੇ ਜਦੋਂ ਆਪ ਰਾਜੇ ਬੇਸਬਰ ਹੋ ਜਾਣ, ਧੋਖਾ ਕਰਨ ਜਨਤਾ ਦੇ ਨਾਲ, ਫਿਰ ਪ੍ਰਸ਼ਾਸਨ ਤੋਂ ਵੀ ਉਮੀਦ ਨਹੀਂ ਰੱਖੀ ਜਾ ਸਕਦੀ। ਪ੍ਰਸ਼ਾਸਨ ਵੀ ਫਿਰ ਇੱਦਾਂ ਦਾ ਹੀ ਹੋ ਜਾਂਦਾ। ਮਹਾਰਾਜ ਕਹਿੰਦੇ ਇਹ ਹਾਲ ਹੈ। ਸ਼ੇਰ ਦੀ ਤਰ੍ਹਾਂ ਰਾਜੇ ਅਤੇ ਉਹਦੇ ਪਿੱਛੇ ਵਾਲੇ ਜਿਹੜੇ ਜਿੰਨੇ ਵੀ ਅਧਿਕਾਰੀ ਨੇ, ਉਹ ਰੱਜ ਰੱਜ ਕੇ ਖਾਂਦੇ ਆ, ਬਹੁਤ ਖਾ ਲੈਂਦੇ ਆ। ਹੋਏ ਸਤਾਣਾ ਘੁਰੈ ਨਾ ਮਾਵੈ, ਫਿਰ ਆਪਣੀ ਔਕਾਤ ਉਹਨਾਂ ਨੂੰ ਭੁੱਲ ਜਾਂਦੀ ਆ, ਆਪਣੇ ਆਪੇ 'ਚ ਸਮਾਉਂਦੇ ਨਹੀਂ। ਆਪਣਾ ਘੁਰਨਾ ਕਿ ਸਰੀਰ ਦੇ ਅੰਤਰਮੁਖੀ ਨਹੀਂ ਹੋ ਪਾਉਂਦੇ ਉਹ, ਹੱਕ ਪਰਾਇਆ ਖਾ ਖਾ ਕੇ। ਅਤੇ ਮਹਾਰਾਜ ਕਹਿੰਦੇ ਫਿਰ ਜਦੋਂ ਸਾਹੇ ਗਿਆ ਪਛਤਾਏ, ਜਦੋਂ ਸਾਹ ਜਾਣਗੇ, ਮਰਨਗੇ, ਉਦੋਂ ਫਿਰ ਪਛਤਾਉਣਗੇ। ਉਹ ਪਦਾਰਥਾਂ ਨੇ, ਅਹੁਦਿਆਂ ਨੇ, ਵਡਿਆਈਆਂ ਨੇ, ਦੁਨੀਆ ਦੀਆਂ ਨੇ, ਨਾਲ ਤੇ ਜਾਣਾ ਨਹੀਂ ਹੈ। ਇਸ ਲਈ ਭਾਈ ਅੰਧਾ ਕਿਸ ਨੂੰ ਬੁੱਕ ਸੁਣਾਵੈ। ਇਹ ਸ਼ੇਰ ਅਗਿਆਨਤਾ ਦੇ ਵਿੱਚ ਅੰਨਾ ਹੋਇਆ ਫਿਰਦਾ ਹੈ। ਇਹ ਬੁੱਕ ਕੇ ਦਹਾੜਾ ਮਾਰ ਮਾਰ ਕੇ ਕਿਹਨੂੰ ਸੁਣਾਵੇ ਭਾਈ। ਖਸਮੈ ਮੂਲ ਨਾ ਭਾਵੈ, ਆਪਣੀ ਹੰਕਾਰ ਦਾ ਪ੍ਰਦਰਸ਼ਨ ਕਰਦਾ। ਮੇਰੇ ਵਰਗਾ ਕੋਈ ਨਹੀਂ, ਮੇਰੀ ਇੰਨੀ ਲੋਕਾਂ ਦੇ ਵਿੱਚ ਜਾਣ ਪਹਿਚਾਣ, ਮੇਰੀ ਪਿੱਛੇ ਇੰਨੀ ਦੁਨੀਆ, ਮੇਰੇ ਪਿੱਛੇ ਇੰਨੀਆਂ ਵੋਟਾਂ, ਮੇਰੇ ਪਿੱਛੇ ਇੰਨੇ ਸਿਰ, ਮੈਂ ਆਉਂ ਮੈਂ ਆਉਂ। ਮਹਾਰਾਜ ਕਹਿੰਦੇ ਕਿਹਨੂੰ ਸੁਣਾਉਣਾ? ਖਸਮ ਨੂੰ ਨਹੀਂ ਪਾਉਂਦੀਆਂ ਤੇਰੀਆਂ ਇਹ ਗੱਲਾਂ। ਖਸਮੈ ਮੂਲ ਨਾ ਭਾਵੈ। ਦੂਜੇ ਪਾਸੇ ਅੱਕ ਸਿਉ ਪ੍ਰੀਤ ਕਰੇ, ਅੱਕ ਤਿੱਡਾ, ਅੱਕ ਡਾਲੀ ਬਹਿ ਖਾਏ। ਉਹਦੇ ਟੱਕਰੇ 'ਚ, ਸ਼ੇਰ ਦੇ ਟੱਕਰੇ 'ਚ ਇੱਕ ਟਿੱਡਾ ਹੁੰਦਾ ਛੋਟਾ ਜਿਹਾ, ਅੱਕ ਦੇ ਉੱਤੇ ਬਹਿੰਦਾ। ਜਦੋਂ ਭੁੱਖ ਲੱਗਦੀ, ਅੱਕ ਦੇ ਫੁੱਲ 'ਚੋਂ ਰਸ ਜਾ ਚੂਪ ਲੈਂਦਾ, ਬਸ ਉਨੀ ਕੁ ਖੁਰਾਕ ਹੈ। ਕਹਿੰਦੇ ਅੱਕ ਸਿਉ ਪ੍ਰੀਤ ਕਰੇ, ਅੱਕ ਤਿੱਡਾ, ਅੱਕ ਡਾਲੀ ਬਹਿ ਖਾਏ। ਅੱਕ ਦੀ ਟਾਹਣੀ 'ਤੇ ਬਹਿ ਕੇ, ਡਾਲੀ 'ਤੇ ਬਹਿ ਕੇ ਖਾਂਦਾ ਹੈ ਖੁਰਾਕ ਉਹ। ਖਸਮੈ ਭਾਵੈ ਉਹ ਚੰਗਾ, ਜੇ ਕਰੇ ਖੁਦਾਏ। ਰੱਬ ਨੂੰ ਤਾਂ ਉਹੀ ਚੰਗਾ ਲੱਗਦਾ। ਰੱਬ ਨੂੰ ਕੀ ਤੇਰੀ ਹਸਤੀ ਦਾ, ਰੱਬ ਨੂੰ ਕੀ ਤੇਰੇ ਪਿੱਛੇ ਖੜ੍ਹੇ ਲੋਕਾਂ ਦਾ। ਖਸਮ ਨੂੰ ਜੇ ਖੁਦਾ ਨੂੰ ਯਾਦ ਕਰਦਾ ਭਾਈ, ਉਹੀ ਚੰਗਾ ਹੈ। ਨਾਨਕ ਦੁਨੀਆ ਚਾਰ ਦਿਹਾੜੇ,
ਸੁਖ ਕੀਤਾ ਦੁਖ ਹੋਈ। ਦੁਨੀਆ ਦਾ ਮੇਲਾ ਤਾਂ ਪਿਆਰਿਓ 4 ਦਿਨਾਂ ਦਾ ਹੈ। ਇਹਦੇ 'ਚ ਬਹੁਤੇ ਸੁੱਖ ਭੋਗ ਲਓ, ਜਿੰਨੇ ਮਰਜ਼ੀ ਭੋਗ ਲਓ, ਅੰਤ ਦੁਖੀ ਹੋਵਾਂਗੇ। ਇਹਦੇ ਵਿੱਚ ਬਹੁਤੇ ਸੁੱਖਾਂ ਦੀ ਆਸ ਨਾ ਰੱਖੋ। ਥੋੜ੍ਹਾ ਜਿਹਾ ਆਪਣੇ ਸਰੀਰ ਨੂੰ ਇਸ ਤਰ੍ਹਾਂ ਦਾ ਰੱਖੋ, ਤਤਿਕਸ਼ਾ ਜੀ ਬਿਰਤੀ, ਲੋੜ ਅਨੁਸਾਰ ਖਾਣਾ, ਲੋੜ ਅਨੁਸਾਰ ਪਹਿਨਣਾ, ਲੋੜ ਅਨੁਸਾਰ ਰਹਿਣ ਨਿਵਾਸ ਕਰਨਾ। ਆਪਣੇ ਮਨ ਦੀ ਦਿਮਾਗ ਦੀ ਸੁਰਤ ਦੀ ਟਕਾ ਦੀ ਗੱਲ ਕਰੋ। ਅਤੇ ਨਹੀਂ ਤਾਂ ਨੀਂਦ ਤਾਂ ਵੱਡੇ ਵੱਡੇ ਮਹਿਲਾਂ 'ਚ ਵੀ ਨਹੀਂ ਆਉਂਦੀ, ਉਹ ਵੀ ਦੁਖੀ ਆ ਲੋਕ। ਮਹਾਰਾਜ ਕਹਿੰਦੇ ਹਨ ਭਾਈ, ਇਸ ਲਈ ਨਾਨਕ ਦੁਨੀਆ 4 ਦਿਹਾੜੇ, 4 ਦਿਹਾੜਿਆਂ ਦੀ ਖੇਡ ਹੈ। ਸੁਖ ਕੀਤਾ ਦੁਖ ਹੋਈ। ਇਹਦੇ 'ਚ ਜਿਹੜਾ ਕੋਈ ਸੁੱਖ ਕਰੀ ਜਾਵੇ, ਸੁਖ ਬੁੱਧੀ ਰੱਖੇਗਾ, ਅੰਤ ਨੂੰ ਦੁਖੀ ਹੋਏਗਾ। ਇਸ ਕਰਕੇ ਗੱਲਾਂ ਵਾਲੇ ਹੈਨ ਕਨੇਰੇ, ਛੱਡ ਨਾ ਸਕੈ ਕੋਈ। ਗੱਲਾਂ ਤਾਂ ਬਥੇਰੇ ਲੋਕ ਕਰਦੇ ਆ ਵੀ ਦੁਨੀਆ 'ਚ 4 ਦਿਨ ਰਹਿਣਾ ਹੈ, ਬਸ ਇੱਥੇ ਕਿਹੜੀ ਗੱਲ ਹੈ। ਮਹਾਰਾਜ ਕਹਿੰਦੇ ਇੱਦਾਂ ਦੇ ਬਥੇਰੇ ਆ, ਪਰ ਛੱਡਣਾ ਔਖਾ ਹੈ। ਕੋਈ ਵਿਰਲਾ ਹੀ ਛੱਡ ਸਕਦਾ ਗੁਰੂ ਦੀ ਕਿਰਪਾ ਨਾਲ। ਇਹਦੇ ਸੁੱਖ ਦੀ ਜਿਹੜੀ ਅੰਦਰ ਇੱਛਾ ਹੈ ਨਾ, ਉਹ ਮੱਖੀ ਮਿੱਠਾ ਮਰਨਾ। ਮੱਖੀ ਜਾ ਕੇ ਮਿੱਠੇ 'ਤੇ ਡਿੱਗਦੀ। ਦੁਨੀਆ ਦੇ ਪਦਾਰਥ ਮਿੱਠਾਪਣ ਹੈ ਭਾਈ। ਗਿੱਲੀ ਜੀ ਰੋੜੀ ਹੁੰਦੀ ਨਾ ਜਿਹੜੀ ਗੁੜ ਦੀ, ਉਹ 'ਤੇ ਜਾ ਕੇ ਮੱਖੀ ਡਿੱਗਦੀ ਮਿੱਠਾ ਦੇਖ ਕੇ, ਪਰ ਉਹ ਰੋੜੀ ਗੁੜ ਉਹਦੇ ਖੰਭਾਂ ਨੂੰ ਚਿਪਦਾ, ਉਹਦੀ ਮੌਤ ਦਾ ਕਾਰਨ ਬਣਦਾ। ਕਿਉਂ? ਮੱਖੀ ਨੂੰ ਮਿੱਠਾ ਹੀ ਮਾਰਦਾ ਭਾਈ। ਜਿਨ ਤੂੰ ਰੱਖੈ ਤਿਨ ਨੇੜ ਨਾ ਆਵੈ, ਤਿਨ ਭਉ ਸਾਗਰ ਤਰਨਾ। ਹੈ ਵਾਹਿਗੁਰੂ, ਜਿਨ੍ਹਾਂ ਨੂੰ ਤੂੰ ਰੱਖ ਲੈ, ਤੂੰ ਜਿਨ੍ਹਾਂ 'ਤੇ ਕਿਰਪਾ ਕਰੇ, ਉਹ ਗੁਰਮੁਖਾਂ ਨੂੰ ਤੂੰ ਰੱਖ ਲੈਣਾ। ਜਿਨ ਤੂੰ ਰੱਖੈ ਤਿਨ ਨੇੜ ਨਾ ਆਵੈ, ਉਹਨਾਂ ਦੇ ਨੇੜੇ ਮਾਇਆ ਦਾ ਪ੍ਰਭਾਵ, ਦੁਨੀਆ ਦੀਆਂ ਵਡਿਆਈਆਂ, ਦੁਨਿਆਵੀ ਸੁੱਖਾਂ ਦੀ ਇੱਛਾ ਉਹਨਾਂ ਦੇ ਨੇੜੇ ਵੀ ਨਹੀਂ ਭਟਕਦੀ। ਤਿੰਨ ਭਉ ਸਾਗਰ ਤਰਨਾ। ਮਹਾਰਾਜ ਕਹਿੰਦੇ ਭਵ ਸਾਗਰ ਤੋਂ ਤਰ ਜਾਂਦੇ ਹਨ। ਪੌੜੀ ਵਿੱਚ ਸਮਝਾ ਰਹੇ, ਅਗਮ ਅਗੋਚਰ ਤੂੰ ਧਣੀ, ਤੂੰ ਅਗੰਮ ਹੈ, ਤੇਰੇ ਤੱਕ ਪਹੁੰਚ ਨਹੀਂ ਕੀਤੀ ਜਾ ਸਕਦੀ ਮਲੀਨ ਮਨ ਕਰਕੇ, ਅਗੋਚਰ ਇੰਦਰੀਆਂ ਕਰਕੇ। ਹੇ ਵਾਹਿਗੁਰੂ, ਤੂੰ ਧਣੀ ਵੱਡਾ ਹੈ, ਮਾਲਕ ਹੈ, ਸੱਚਾ ਅਲੱਖ ਅਪਾਰ। ਤੂੰ ਸੱਚਾ ਹੈ, ਤੇਰੇ ਲੱਛਣ ਕੋਈ ਗਿਣ ਨਹੀਂ ਸਕਦਾ। ਤੂੰ ਅਪਾਰ ਹੈ, ਪਾਰਾਵਾਰ ਤੋਂ ਪਰੇ। ਤੂੰ ਦਾਤਾ ਸਭ ਮੰਗਤੇ ਇੱਕੋ ਦੇਵਨਹਾਰ। ਤੂੰ ਦਾਤਾ ਹੈ, ਬਾਕੀ ਸਭ ਮੰਗਤੇ ਹੈ, ਇੱਕੋ ਦੇਣ ਵਾਲਾ ਹੈ। ਜਿੰਨੀ ਸੇਵਿਆ ਤਿੰਨੀ ਸੁਖ ਪਾਇਆ, ਗੁਰਮਤੀ ਵਿਚਾਰ। ਜਿਨ੍ਹਾਂ ਤੈਨੂੰ ਸੇਵਿਆ, ਤੇਰੀ ਸੇਵਾ ਕੀਤੀ ਜਾਂ ਗੁਰੂ ਦੀ ਸੇਵਾ ਕੀਤੀ, ਗੁਰੂ ਦੀ ਮੱਤ ਲਈ, ਉਹਨਾਂ ਨੂੰ ਸਦੀਵੀ ਸੁਖ ਮਿਲਿਆ, ਆਤਮਿਕ ਸੁਖ ਮਿਲਿਆ ਹੈ। ਇੱਕ ਨਾਨੋ ਤੁਧ ਏਵੈ ਭਾਵਦਾ, ਮਾਇਆ ਨਾਲ ਪਿਆਰ। ਕਈਆਂ ਨੂੰ ਮਾਇਆ ਵਿੱਚ ਫਸਾਇਆ ਹੋਇਆ ਵੀ ਤੇਰੇ ਭਾਣੇ 'ਚ ਹੀ ਹੈ ਵਾਹਿਗੁਰੂ। ਉਹਨਾਂ ਦੇ ਕਰਮ ਇੱਦਾਂ ਦੇ, ਉਹ ਫਿਰ ਨੇੜੇ ਨਹੀਂ ਲੱਗ ਪਾਉਂਦੇ। ਗੁਰ ਕਾ ਸ਼ਬਦ ਸਲਾਹੀ ਹੈ, ਅੰਤਰ ਪ੍ਰੇਮ ਪਿਆਰ। ਗੁਰੂ ਸ਼ਬਦ ਦੇ ਰਾਹੀਂ ਪਰਮਾਤਮਾ ਦੀ ਸਿਫਤ ਕਰੀਏ ਅਤੇ ਅੰਦਰ ਪ੍ਰੇਮ ਅਤੇ ਪਿਆਰ ਵੱਧਦਾ ਜਾਂਦਾ ਹੈ ਭਾਈ ਗੁਰਮੁਖੋ। ਬਿਨ ਪ੍ਰੀਤੀ ਭਗਤ ਨਾ ਹੋਵੇ, ਬਿਨ ਸਤਿਗੁਰ ਨਾ ਲੱਗੈ ਪਿਆਰ। ਪ੍ਰੇਮ ਬਿਨਾਂ ਭਗਤੀ ਨਹੀਂ ਹੋ ਸਕਦੀ। ਅਤੇ ਮਹਾਰਾਜ ਕਹਿੰਦੇ ਸਤਿਗੁਰੂ ਤੋਂ ਬਿਨਾਂ ਪਿਆਰ ਨਹੀਂ ਪੈਦਾ ਹੋ ਸਕਦਾ। ਗੁਰੂ ਪਿਆਰ ਪੈਦਾ ਕਰਦਾ, ਪਿਆਰ ਨਾਲ ਭਗਤੀ ਹੁੰਦੀ ਹੈ। ਤੂੰ ਪ੍ਰਭ ਸਭ ਤੁਧ ਸੇਵ ਦੇ, ਇੱਕ ਢਾਡੀ ਕਰੇ ਪੁਕਾਰ। ਤੂੰ ਦਾਤਾ ਹੈ, ਸਾਰੇ ਤੇਰੇ ਸੇਵਕ ਹਨ, ਤੈਨੂੰ ਸੇਵਦੇ ਹਨ। ਕਈ ਇੱਕ ਤੂੰ ਆਪਣੇ ਢਾਡੀ, ਕੀਰਤਨੀਏ, ਸਿਫਤ ਕਰਨ ਵਾਲੇ ਆਪਣੇ ਸੇਵਕ ਬਣਾ ਲਏ। ਉਹ ਕਰੇ ਪੁਕਾਰ, ਉਹ ਤੇਰਾ ਨਾਮ ਪੁਕਾਰਦੇ ਹਨ। ਦੇਹ ਦਾਨ ਸੰਤੋਖੀਆ, ਸੱਚਾ ਨਾਮ ਮਿਲਾਇਆ ਆਧਾਰ। ਹੇ ਵਾਹਿਗੁਰੂ, ਸੰਤੋਖ ਦੇਣ ਵਾਲਾ ਤੇਰਾ ਨਾਮ ਮੈਨੂੰ ਵੀ ਬਖਸ਼ ਦੇ, ਜਿਹਦੇ ਨਾਮ ਦੇ ਨਾਲ ਹੇ ਵਾਹਿਗੁਰੂ ਮੇਰਾ ਆਧਾਰ, ਮੇਰੇ ਜੀਵਨ ਦਾ ਆਸਰਾ ਤੇਰਾ ਨਾਮ ਔਰ ਤੇਰੀ ਪ੍ਰਾਪਤੀ ਹੈ ਪ੍ਰਮਾਤਮਾ। ਆਪਣੇ ਨਿੱਜੀ ਸਰੂਪ ਦੀ ਪ੍ਰਾਪਤੀ ਮੈਨੂੰ ਹੋ ਜਾਏ। ਆਪਣਾ ਸੱਚਾ ਨਾਮ ਜੋ ਮੇਰੇ ਜੀਵਨ ਦਾ ਆਧਾਰ ਹੈ, ਮੈਨੂੰ ਉਹ ਦੇ ਦੇ, ਜਿਹਦੇ ਨਾਲ ਮੇਰੇ ਲੋਕ ਸੁਖੀਏ, ਪਰਲੋਕ ਸੁਹੇਲੇ ਹੋ ਜਾਵਣ। ਇਹ ਗੁਰੂ ਜੀ ਨੇ ਬਖਸ਼ਿਸ਼ ਕੀਤੀ। 19ਵੀਂ ਪੌੜੀ ਅਤੇ ਉਸਦੇ ਸਲੋਕ ਬਖਸ਼ਿਸ਼ ਕੀਤੇ ਗੁਰੂ ਨਾਨਕ ਦੇਵ ਮਹਾਰਾਜ ਨੇ ਕਰਤਾਰਪੁਰ ਸਾਹਿਬ ਦੀ ਧਰਤੀ ਉੱਤੇ। ਉਹਨਾਂ ਮਹਾਤਮਾ ਨੂੰ ਉਪਦੇਸ਼ ਦਿੱਤਾ। ਸਾਨੂੰ ਵੀ ਸਿੱਖਿਆ ਲੈਣੀ ਚਾਹੀਦੀ ਹੈ। ਸੋ ਸਮੇਂ ਦੀ ਸਮਾਪਤੀ, ਹੋਈਆਂ ਭੁੱਲਾਂ ਦੀ ਖਿਮਾ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।